ਜਥੇਬੰਦੀਆਂ ਦੇ ਕਹਿੰਦੀਆਂ ਸੀ ਸਰਕਾਰ ਦੇ ਉੱਤੇ ਪ੍ਰੈਸ਼ਰ ਕਾਫੀ ਬਣ ਗਿਆ ਲੇਕਿਨ ਗੁਣਗਾਨ ਤਾਂ ਪ੍ਰਧਾਨ ਮੰਤਰੀ ਹਾਲੇ ਵੀ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੇ ਗਾ ਰਹੇ ਨੇ ਜਿੱਥੋਂ ਲੱਗ ਰਿਹਾ ਕਿ ਸਰਕਾਰ ਜਿਹੜੀ ਹੈਗੀ ਆ ਉਹ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵੱਲ ਹਾਲੇ ਵੀ ਨਹੀਂ ਆ ਰਹੀ। ਸਰਕਾਰ ਖੁਦ ਭੰਬਲ ਭੂਸੇ 'ਚ ਡਬਲ ਟਰੈਕ ਤੇ ਚੱਲਦੀ ਹੈ। ਇੱਕ ਬੰਨੇ ਤਾਂ ਕਹਿੰਦੀ ਹੈ 1.5 ਸਾਲ 2 ਸਾਲ ਤੁਸੀਂ ਹੋਲਡ ਕਰਾ ਲਓ ਨਹੀਂ ਲਾਗੂ ਕਰਦੇ, ਤਾਂ ਦੂਜੇ ਬੰਨੇ ਉਹ ਕਹਿੰਦੇ ਵੀ ਸਾਡੇ ਕਾਨੂੰਨ ਚੰਗੇ ਆ ਇਹਨੂੰ ਲਾਗੂ ਹੋ ਲੈਣ ਦਿਓ, ਲਾਗੂ ਹੋਣ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੂਗਾ। ਲੋਕਤੰਤਰ ਦੀ ਜਿਹੜੀ ਖੂਬਸੂਰਤੀ ਹੁੰਦੀ ਆ ਵੀ ਲੋਕਾਂ ਦੀ ਆਵਾਜ਼ ਦਾ ਸਨਮਾਨ ਕੀਤਾ ਜਾਵੇ, ਜਿਹੜਾ ਮੋਦੀ ਸਾਹਿਬ ਨਹੀਂ ਕਰ ਰਹੇ। ਭਾਰਤ ਦੇ ਪ੍ਰਧਾਨ ਮੰਤਰੀ ਹੋਰਾਂ ਨੇ ਹੁਣ ਰਾਜ ਸਭਾ ਦੇ ਵਿੱਚ ਵੀ ਲੋਕ ਸਭਾ ਦੇ ਵਿੱਚ ਵੀ ਜੋ ਆਪਣੇ ਭਾਸ਼ਣ ਦਿੱਤੇ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ, ਤੇ ਉਹਨਾਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਉਹਨਾਂ ਨੇ ਇਹ ਵੀ ਪੁਆਇੰਟ ਚੁੱਕੇ ਨੇ ਕਿ ਅੱਜ ਕੱਲ੍ਹ ਅੰਦੋਲਨਕਾਰੀ ਜਿਹੜੇ ਨਵੀਂ ਪ੍ਰਜਾਤੀ ਪੈਦਾ ਹੋ ਚੁੱਕੀ ਹੈ ਉਹਨਾਂ ਦਾ ਫਿਰਕੂ ਪੱਤਾ ਖੇਡਣ ਦਾ ਢੰਗ ਰਿਹਾ ਵੀ ਜਿਵੇਂ ਪਹਿਲੋਂ ਵੀ ਅੰਦੋਲਨ ਚੱਲਦੇ ਰਹੇ ਨੇ, ਇਸੇ ਕਰਕੇ ਅਲੰਕਾਰ ਦਿੰਦੇ ਰਹੇ ਨੇ ਖਾਲਿਸਤਾਨ ਦਾ, ਮਾਓਵਾਦ ਦਾ, ਨਕਸਲੀ ਦਾ, ਲੈਫਟ ਦਾ, ਚੀਨ ਵਾਲੇ, ਪਾਕਿਸਤਾਨ ਵਾਲੇ ਵਿਰੋਧੀਆਂ ਦੇ ਭੜਕਾਏ ਵਿਚੋਲੀਆਂ ਦਾ ਅੰਦੋਲਨ। ਦੇਸ਼ ਬਣਦਾ ਹੀ ਕਿਸਾਨ ਤੋਂ ਆ, ਕਿਸਾਨ ਮਜ਼ਦੂਰ ਨੂੰ ਤੁਸੀਂ ਪਾਸੇ ਰੱਖ ਕੇ ਦੇਸ਼ ਨੂੰ ਨਹੀਂ ਬਣਾ ਸਕਦੇ। ਵੱਡੀ ਗੱਲ ਉਹਨਾਂ ਨੇ ਇਹ ਵੀ ਆਖ ਦਿੱਤੀ ਕਿ ਸਿੱਖ ਭਾਈਚਾਰੇ ਦਾ ਅਸੀਂ ਸਨਮਾਨ ਕਰਦੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਕਦੇ ਨਹੀਂ ਭੁਲਾ ਸਕਦੇ, ਤੇ ਜਿਹੜੇ ਵੀ ਲੋਕ ਉਹਨਾਂ ਨੂੰ ਅੱਤਵਾਦੀ, ਮਾਓਵਾਦੀ ਜਾਂ ਕੁਝ ਹੋਰ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੰਤਰੀ ਪੱਧਰ ਦੇ ਦਬਾਅ ਨੂੰ ਇਹ ਗੱਲਾਂ ਕਹਿ ਕੇ ਘੱਟ ਕਰਨ ਦਾ ਯਤਨ ਕੀਤਾ, ਤੇ ਭਾਈਚਾਰਕ ਤੌਰ ਤੇ ਵੀ ਜਿਹੜੇ ਉਹਨਾਂ ਨੇ ਮਤਲਬ ਜਿਹੜਾ ਆਪਣੀ ਜਿਹੜੀ ਵੋਟ ਬੈਂਕ ਹੈ ਉਹਨੂੰ ਧਿਆਨ ਵਿੱਚ ਰੱਖ ਕੇ ਬਿਆਨ ਦਾਗੇ ਆ। ਕਈ ਬੁੱਧੀਜੀਵੀਆਂ ਦਾ ਇਹ ਵੀ ਕਹਿਣਾ ਹੈ ਕਿ ਵਿਕੇਸ਼ ਡਕੈਤ ਨੂੰ ਉਭਾਰਨਾ ਹਿੰਦੂ ਕੱਟੜਵਾਦੀ ਸਰਕਾਰ ਨੂੰ ਰਾਸ ਆਉਂਦਾ। ਕੀ ਲੱਗਦਾ ਇਸ ਪਿੱਛੇ ਦਾ? ਸਰਕਾਰ ਦੀ ਨੀਤੀ ਫਿਰਕੂ ਆ, ਪਰ ਕਿਸਾਨ ਅੰਦੋਲਨ ਕਿਸੇ ਧਰਮ ਨਾਲ ਰਿਲੇਟਡ ਨਹੀਂ ਹੈਗਾ, ਕਿਸੇ ਜਾਤ ਪਾਤ ਨਾਲ ਰਿਲੇਟਡ ਨਹੀਂ ਹੈਗਾ। ਹੋਰ ਕੀ ਕੁਝ ਕਦਮ ਚੁੱਕਣ ਦੀ ਲੋੜ ਹੈਗੀ ਹੈ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ? ਇਹਦਾ ਘੇਰਾ ਹੋਰ ਬਰੌਡ ਕਰਨਾ ਚਾਹੀਦਾ, ਇਹਦਾ ਘੇਰਾ ਹੋਰ ਖੁੱਲ੍ਹਣਾ ਚਾਹੀਦਾ। ਇਹ ਆਮ ਲੋਕਾਂ ਦਾ ਅੰਦੋਲਨ ਕਿਸੇ ਇੱਕ ਤੇ ਚਿਰ ਤੇ ਖੜਾ ਨਹੀਂ ਹੈਗਾ। ਜਦੋਂ ਇਹਦੀ ਇਹ ਖੂਬਸੂਰਤੀ ਅਸੀਂ ਸਰਕਾਰ ਜ਼ੋਰ ਲਾ ਵੀ ਲਵੇ ਉਹ ਗਵਾਚਣ ਨਾ ਦਿਆਂਗੇ ਤੇ ਸਰਕਾਰ ਹਰੂਗੀ। ਅੱਜ ਤੱਕ ਜੋ ਕੁਝ ਉਹਨਾਂ ਨੇ ਸਾਡੇ ਖਿਲਾਫ ਹਥਕੰਡਾ ਅਪਣਾਇਆ ਉਹਦੇ 'ਚੋਂ ਫੇਲ ਹੋਇਆ। ਪੂਰਾ ਦੇਸ਼ ਖੜਿਆ, ਪੂਰਾ ਦੇਸ਼ ਲੜ ਰਿਹਾ। ਟੋਲ ਪਲਾਜੇ ਫਰੀ ਕਰਨਾ, ਰੇਲ ਰੋਕੋ ਅੰਦੋਲਨ ਚੱਲ ਹੋਰ ਵੀ ਆ। ਮੈਨੂੰ ਲੱਗਦਾ ਵੀ ਇਹਦੀ ਨਿਸ਼ਾਨੀ ਆ ਵੀ ਘੋਲ ਅੱਗੇ ਵੱਧ ਰਿਹਾ। ਜੇ ਰਾਜਸਥਾਨ ਦੇ ਟੋਲ ਪਲਾਜੇ ਫਰੀ ਹੋ ਰਹੇ ਨੇ ਤੇ ਘੋਲ ਅੱਗੇ ਗਿਆ ਵਾ। ਅੰਦੋਲਨ ਕਾਇਮ ਰਹੂਗਾ, ਸਾਰੇ ਇਕਜੁੱਟ ਰਹਾਂਗੇ, ਸਰਕਾਰ ਦੇ ਖਿਲਾਫ ਨਿਸ਼ਾਨਾ ਇੱਕ ਰੱਖਾਂਗੇ, ਘੋਲ ਜਿੱਤ ਕੇ ਨਿਕਲਾਂਗੇ, ਕੇਸ ਵੀ ਰੱਦੀ ਦੀ ਟੋਕਰੀ 'ਚ ਪੈਣਗੇ। ਮੈਨੂੰ ਲੱਗਦਾ ਸਰਕਾਰ ਕਿਸਾਨਾਂ ਦੇ ਸੁਧਾਰ ਦੇ ਨਾਂ ਤੇ ਤੁਸੀਂ ਕਾਰਪੋਰੇਟ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਇਹ ਤੁਹਾਡੀ ਵਾਜਬ ਦਲੀਲ ਨਹੀਂ ਹੈਗੀ। ਕਾਂਗਰਸ ਕਦੀ ਵੀ ਇਸ ਘੋਲ ਵਿੱਚ ਇਹਦੀ ਜ਼ੋਰ ਨਾਲ ਕੁੱਦੀ ਨਹੀਂ ਹੈਗੀ। ਰਾਹੁਲ ਗਾਂਧੀ ਚਾਹੁੰ ਤੇ ਕਰੋੜ ਬੰਦਾ ਇਕੱਠਾ ਕਰਕੇ ਦੇਸ਼ ਦੀ ਪਾਰਲੀਮੈਂਟ ਘੇਰ ਸਕਦੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਤੁਸੀਂ ਦਿੱਲੀ ਚੱਲੋ, ਮੈਂ ਤੁਹਾਡੇ ਨਾਲ ਆ। ਪੰਜਾਬ ਆਪਾਂ ਕਾਹਨੂੰ ਇੱਥੇ ਜਾਮ ਕਰਨਾ, ਇੱਥੇ ਕਾਹਨੂੰ ਚੱਕੇ ਜਾਮ ਕੀਤੇ ਨੇ, ਤੁਸੀਂ ਤਾਂ ਸਾਰੇ ਦਿੱਲੀ ਆ ਗਏ, ਪਰ ਉਹ ਪੰਜਾਬ ਹੀ ਹਾਲੇ। ਅੰਦੋਲਨ ਦੇ ਵਿੱਚ ਹਰ ਪਾਰਟੀ ਆਪ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਏਡੇ ਵੱਡੇ ਅੰਦੋਲਨ 'ਚ ਅਸੀਂ ਇਹ ਜਚਾਉਣ ਦਾ ਯਤਨ ਕਰੀਏ ਵੀ ਅਸੀਂ ਬਹੁਤ ਤੁਹਾਡੇ ਸੁਹਿਰਦ ਹਾਂ, ਬਹੁਤ ਤੁਹਾਡੇ ਨੇੜੇ ਆ, ਤੁਹਾਡੇ ਦਿਲੋਂ ਲੜ ਰਹੇ ਆ। ਇਹ ਤਾਂ ਪਹਿਲੇ ਦਿਨ ਤੋਂ ਪੈਟਰਨ ਹੁੰਦਾ ਵਾ, ਪਰ ਅਸਲ ਵਿੱਚੋਂ ਨੀਤੀਆਂ ਤਾਂ ਇੱਕ ਹੀ ਹਨ। ਕਿਸਾਨ ਅੰਦੋਲਨ ਜਾਰੀ ਹੈ। ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨਾਂ ਨੂੰ ਲਗਭਗ 3 ਮਹੀਨੇ ਹੋ ਚੁੱਲੇ ਨੇ। ਮਸਲਾ ਹੱਲ ਹੁੰਦਾ ਹਾਲੇ ਵੀ ਨਜ਼ਰ ਨਹੀਂ ਆ ਰਿਹਾ, ਤੇ ਜਿਹੜੀਆਂ 40 ਜਥੇਬੰਦੀਆਂ ਨੇ ਭਾਰਤ ਦੀਆਂ, ਉਹਨਾਂ ਵਿੱਚੋਂ ਲਗਭਗ 34 ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਪੰਜਾਬ ਦੀਆਂ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਕ ਅਜਿਹੀ ਜਥੇਬੰਦੀ ਹੈਗੀ ਹੈ ਜਿਹੜੀ ਦੂਜੀ ਜਥੇਬੰਦੀ ਨਾਲ ਥੋੜ੍ਹੀ ਜਿਹੀ ਵੱਖ ਰਾਏ ਰੱਖਦੀ ਹੈ, ਲੇਕਿਨ ਜੇ ਇੱਥੇ ਜਿਹੜੇ ਵੀ ਕਿਸਾਨ ਨੌਜਵਾਨ ਪੁੱਜੇ ਨੇ ਤੇ ਉਹਨਾਂ ਕੋਲੋਂ ਜਦੋਂ ਵੀ ਅਸੀਂ ਗੱਲਬਾਤ ਕਰਦੇ ਹਾਂ ਤੇ ਉਹ ਅੱਗੋਂ ਕਹਿੰਦੇ ਨੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋ ਫੈਸਲੇ ਲੈਂਦੀ ਹੈ ਸਹੀ ਫੈਸਲੇ ਲੈਂਦੀ ਹੈ। ਸਰਵਣ ਸਿੰਘ ਪੰਦੇਰ ਜੋ ਸੂਬਾ ਜਨਰਲ ਸਕੱਤਰ ਨੇ ਜਥੇਬੰਦੀ ਦੇ, ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਅੱਜ ਉਹਨਾਂ ਨਾਲ ਦਿਲ ਦੀਆਂ ਗੱਲਾਂ ਵੀ ਕਰਾਂਗੇ ਤੇ ਜਾਣਾਂਗੇ ਕਿ ਇਹ ਸੰਘਰਸ਼ ਹੁਣ ਅੱਗੇ ਕਿਵੇਂ ਵਧੂਗਾ, ਗੱਲਬਾਤ ਅੱਗੇ ਕਿਵੇਂ ਤੁਰੇਗੀ। ਪੰਦੇਰ ਸਾਹਿਬ, ਹਮਦਰ ਟੀਵੀ ਤੇ ਤੁਹਾਡਾ ਨਿੱਘਾ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ। ਪੰਦੇਰ ਸਾਹਿਬ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜਾਣਨਾ ਚਾਹੁੰਦਾ, ਤੁਸੀਂ ਹਮੇਸ਼ਾ ਹੀ ਫੈਸਲੇ ਲੈਂਦੇ ਹੋ, ਫੈਸਲੇ ਜਿਹੜੇ ਲੈਂਦੇ ਹੋ ਉਹਨਾਂ ਉੱਤੇ ਖੜੇ ਵੀ ਹੋ ਜਾਂਦੇ ਹੋ, ਤੇ ਕਿਸਾਨੀ ਸੰਘਰਸ਼ ਦੇ ਨਾਲ ਤੁਸੀਂ ਕਿਵੇਂ ਜੁੜੇ? ਕਿੱਥੋਂ ਤੁਹਾਡਾ ਜਨਮ ਹੋਇਆ ਤੇ ਬਚਪਨ ਕਿੱਥੇ ਬੀਤਿਆ, ਤੇ ਫਿਰ ਕਿਸਾਨੀ ਸੰਘਰਸ਼ ਵਿੱਚ ਕਿਵੇਂ ਆ ਗਏ? ਆਹ ਦੇਖੋ, ਸਾਡੇ ਪਿਤਾ ਜੀ ਬਿਹਾਰ ਵਿੱਚ ਡਿਊਟੀ ਕਰਦੇ ਸੀ, ਜਨਮ ਤਾਂ ਉੱਥੇ ਹੋਇਆ, ਤੇ ਪੰਜਾਬ ਵਿੱਚ ਆ ਕੇ ਲਗਭਗ 97, 98, 96 ਚੋਂ ਹੀ ਸਟੂਡੈਂਟ ਲਹਿਰ ਥੋੜਾ ਕਿਸਾਨਾਂ ਨਾਲ ਚਲੇ ਜਾਣਾ, ਫਿਰ ਕੁਝ ਕਿੱਧਰ ਕਰ ਲੈਣਾ, ਕੁਝ ਸਮਾਜ ਸੇਵੀ ਕੰਮਕਾਰ ਵੀ, ਇਹ ਦੋ ਕੰਮ ਥੋੜੇ ਚੱਲਦੇ 98 ਤੋਂ ਬਾਅਦ ਥੋੜਾ 2000 ਤਕਰੀਬਨ 20-22 ਸਾਲ ਹੋ ਕੇ ਕੰਮ ਕਰਦੇ। ਠੀਕ ਹੈ ਜੀ। ਤੇ ਪੰਜਾਬ ਦੇ ਕਿਹੜੇ ਪਿੰਡਾਂ ਦੇ ਵਿੱਚ, ਕਿਹੜੀ ਗਲੀਆਂ ਦੇ ਵਿੱਚ ਤੁਸੀਂ ਜੰਮੇ ਪਲੇ? ਸਾਡਾ ਪਿੰਡ ਪੰਧੇਰ ਕਲਾਂ, ਮਜੀਠਾ ਕਸਬੇ ਦੇ ਨਾਲ, ਅੰਮ੍ਰਿਤਸਰ ਜ਼ਿਲ੍ਹਾ ਪੈਂਦਾ, ਨਾਲ ਗੁਰਦਾਸਪੁਰ ਲੱਗਦਾ, ਉੱਥੇ ਪਿੰਡ ਪੰਧੇਰ ਕਲਾਂ। ਠੀਕ ਹੈ।
ਮਾਝੇ ਦੇ ਵੱਡੀ ਗਿਣਤੀ ਦੇ ਜਿਹੜੇ ਲੋਕ ਇੱਥੇ ਆਏ ਹੋਏ ਨੇ, ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ। ਤੇ ਬੰਦੇਰ ਸਾਹਿਬ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਅੰਦੋਲਨ ਕਾਫੀ ਲੰਮਾ ਚੱਲ ਰਿਹਾ, ਮਸਲਾ ਹਾਲੇ ਵੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜਥੇਬੰਦੀਆਂ ਦੇ ਕਹਿੰਦੇ ਅਸੀਂ ਸਰਕਾਰ ਦੇ ਉੱਤੇ ਪ੍ਰੈਸ਼ਰ ਕਾਫੀ ਬਣ ਗਿਆ, ਲੇਕਿਨ ਗੁਣਗਾਨ ਤਾਂ ਪ੍ਰਧਾਨ ਮੰਤਰੀ ਹਾਲੇ ਵੀ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਦੇ ਗਾ ਰਹੇ ਨੇ, ਜਿੱਥੋਂ ਲੱਗ ਰਿਹਾ ਕਿ ਸਰਕਾਰ ਜਿਹੜੀ ਹੈਗੀ ਆ ਉਹ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵੱਲ ਹਾਲੇ ਵੀ ਨਹੀਂ ਆ ਰਹੀ। ਕੀ ਲੱਗਦਾ ਫਿਰ ਕੀ ਕੁਝ ਕਰਨ ਦੀ ਲੋੜ ਆ ਹੋਰ? ਸਰਕਾਰ ਖੁਦ ਭੰਬਲ ਭੂਸੇ 'ਚ ਡਬਲ ਟਰੈਕ ਤੇ ਚੱਲਦੀ ਹੈ। ਇੱਕ ਬੰਨੇ ਤਾਂ ਕਹਿੰਦੀ ਹੈ 1.5 ਸਾਲ 2 ਸਾਲ ਤੁਸੀਂ ਹੋਲਡ ਕਰਾ ਲਓ, ਨਹੀਂ ਲਾਗੂ ਕਰਦੇ, ਜਿਹਨੂੰ ਸਾਰੀਆਂ ਜਥੇਬੰਦੀਆਂ ਰੱਦ ਕਰ ਦਿੱਤਾ ਵੀ ਜਿਹੜਾ ਤੁਸੀਂ ਫਾਂਸੀ ਜਿਹੜੀਆਂ 3 ਸਾਲਾਂ ਬਾਅਦ ਦੇਣੀ ਆ ਉਹਨੂੰ ਹੁਣੇ ਟਾਲ ਦੋ, 3 ਸਾਲ ਤਾਂ ਸਿਰ ਤੇ ਲਮਕਦੀ ਰਹੂ ਵੀ 3 ਸਾਲਾਂ ਬਾਅਦ ਫਾਂਸੀ ਹੋਣੀ ਹੈ। ਤਾਂ ਦੂਜੇ ਬੰਨੇ ਉਹ ਕਹਿੰਦੇ ਵੀ ਸਾਡੇ ਕਾਨੂੰਨ ਚੰਗੇ ਆ, ਇਹਨੂੰ ਲਾਗੂ ਹੋ ਲੈਣ ਦਿਓ, ਲਾਗੂ ਹੋਣ ਤੋਂ ਬਾਅਦ ਹੀ ਤੁਹਾਨੂੰ ਪਤਾ ਲੱਗੂਗਾ ਵੀ ਕੀ ਸਹੀ ਆ ਕੀ ਗਲਤ ਆ। ਠੀਕ ਹੈ ਜੀ। ਤਾਂ ਉਹ ਡਬਲ ਮਾਈਂਡਡ ਜਿਹੜਾ ਸਰਕਾਰ ਖੁਦ ਡਬਲ ਮਾਈਂਡਡ ਆ। ਠੀਕ ਹੈ, ਮੈਨੂੰ ਲੱਗਦਾ ਵੀ ਪੂੰਜੀਪਤੀਆਂ ਨੂੰ ਵਿਖਾਉਣ ਨੂੰ ਪ੍ਰਧਾਨ ਮੰਤਰੀ ਜੀ ਲਗਾਤਾਰ ਅੜੇ ਨਜ਼ਰ ਆਉਂਦੇ ਨੇ। ਇੱਧਰ ਕਿਸਾਨੀ ਘੋਲ ਦੇ ਵਿੱਚ ਦਬਾਅ ਵਿੱਚ ਕੋਈ ਵਿਚਕਾਰਲਾ ਜਾਂ ਰਾਹ ਕੱਢਣਾ ਚਾਹੁੰਦੇ ਨੇ। ਤਾਂ ਇਸ ਕਰਕੇ ਆ ਵੀ ਸਰਕਾਰ ਖੁਦ ਨਿਰਣੇ ਲਵੇ। ਵੇਖੋ, ਲੋਕਤੰਤਰ ਦੀ ਜਿਹੜੀ ਖੂਬਸੂਰਤੀ ਹੁੰਦੀ ਆ ਵੀ ਲੋਕਾਂ ਦੀ ਆਵਾਜ਼ ਦਾ ਸਨਮਾਨ ਕੀਤਾ ਜਾਵੇ, ਜਿਹੜਾ ਮੋਦੀ ਸਾਹਿਬ ਨਹੀਂ ਕਰ ਰਹੇ। ਸੋ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਹੋਰਾਂ ਨੇ ਹੁਣ ਰਾਜ ਸਭਾ ਦੇ ਵਿੱਚ ਵੀ, ਲੋਕ ਸਭਾ ਦੇ ਵਿੱਚ ਵੀ ਜੋ ਆਪਣੇ ਭਾਸ਼ਣ ਦਿੱਤੇ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ, ਤੇ ਉਹਨਾਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਉਹਨਾਂ ਨੇ ਇਹ ਵੀ ਪੁਆਇੰਟ ਚੁੱਕੇ ਨੇ ਕਿ ਅੱਜ ਕੱਲ੍ਹ ਅੰਦੋਲਨਕਾਰੀ ਜਿਹੜੇ ਨਵੀਂ ਪ੍ਰਜਾਤੀ ਪੈਦਾ ਹੋ ਚੁੱਕੀ ਹੈ ਉਹਨਾਂ ਦੀ, ਤੇ ਤੁਸੀਂ ਉਹਨਾਂ ਦੇ ਭਾਸ਼ਣ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਹੜੇ ਇੱਥੇ ਅੰਦੋਲਨਕਾਰੀ ਆ ਰਹੇ ਨੇ ਉਹਨਾਂ ਉੱਤੇ ਲਗਾਤਾਰ ਜਿਹੜੇ ਸਵਾਲ ਉੱਠ ਰਹੇ ਨੇ? ਦੇਖੋ, ਇੱਕ ਉਹਨਾਂ ਦਾ ਫਿਰਕੂ ਪੱਤਾ ਖੇਡਣ ਦਾ ਢੰਗ ਰਿਹਾ ਵੀ ਜਿਵੇਂ ਪਹਿਲੋਂ ਵੀ ਅੰਦੋਲਨ ਚੱਲਦੇ ਰਹੇ ਨੇ, ਇਸੇ ਕਰਕੇ ਅਲੰਕਾਰ ਦਿੰਦੇ ਰਹੇ ਨੇ ਖਾਲਿਸਤਾਨ ਦਾ, ਮਾਓਵਾਦ ਦਾ, ਨਕਸਲੀ ਦਾ, ਲੈਫਟ ਦਾ, ਚੀਨ ਵਾਲੇ, ਪਾਕਿਸਤਾਨ ਵਾਲੇ ਵਿਰੋਧੀਆਂ ਦੇ ਭੜਕਾਏ, ਵਿਚੋਲੀਆਂ ਦਾ ਅੰਦੋਲਨ, ਬੜੇ ਹੋਰ ਵੀ। ਤਾਂ ਫਿਰ ਜਾ ਕੇ ਆਪੇ ਕਹਿ ਦੇਣਾ ਵੀ ਕਿਸਾਨਾਂ ਦਾ ਸਨਮਾਨ ਕਰਦੇ, ਰਾਜਨੀਤੀ ਇਹਨਾਂ ਨੂੰ ਇਹੋ ਜਿਹਾ ਨਹੀਂ ਕਹਿਣਾ ਚਾਹੀਦਾ। ਬਸ ਸਿੱਖਾਂ ਬਾਰੇ ਐਂ ਕਹਿ ਦਿੱਤਾ ਕਿ ਬਹੁਤ ਚੰਗੇ ਬੰਦੇ, ਇਹਨਾਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਫਿਰ ਨਵਾਂ ਅਲੰਕਾਰ। ਤਾਂ ਮੈਨੂੰ ਲੱਗਦਾ ਉਹ ਅੰਨਦਾਤਾ, ਜਿਹੜਾ ਅੰਨਦਾਤਾ ਵਾ, ਜਿਹੜਾ ਦੇਸ਼ ਲਈ ਅੰਨ ਪੈਦਾ ਕਰਦਾ, ਜਿਹਦੇ ਬਾਰੇ ਕਹਿੰਦੇ ਰੀੜ੍ਹ ਦੀ ਹੱਡੀ ਆ, ਦੇਸ਼ ਬਣਦਾ ਹੀ ਕਿਸਾਨ ਤੋਂ ਆ। ਕਿਸਾਨ ਮਜ਼ਦੂਰ ਨੂੰ ਤੁਸੀਂ ਪਾਸੇ ਰੱਖ ਕੇ ਦੇਸ਼ ਨੂੰ ਨਹੀਂ ਬਣਾ ਸਕਦੇ। ਤਾਂ ਤੁਸੀਂ ਜੇ ਕਿਸਾਨ ਮਜ਼ਦੂਰ ਆਪਦੇ ਮਸਲੇ ਤੇ ਜਦੋਂ ਤੱਕ ਖੇਤੀ ਕਿੱਤਾ ਉੱਜੜ ਰਿਹਾ ਉੱਤੇ ਅੰਦੋਲਨ ਕਰਦਾ, ਤੇ ਉਹਨੂੰ ਕਿਸਾਨ ਨੂੰ ਤੁਸੀਂ ਅੰਦੋਲਨ ਜੀਵੀ ਕਹੋ, ਜੋ ਮਰਜ਼ੀ ਕਹੋ, ਇਹ ਉਹਦਾ ਅਪਮਾਨ ਆ। ਕਿਸਾਨ ਕਿਸਾਨ ਆ, ਤੇ ਉਹ ਆਪਣੇ ਕਿੱਤੇ ਲਈ ਲੜ ਰਿਹਾ, ਸਾਰਿਆਂ ਦਾ ਹੱਕ ਬਣਦਾ ਜਮਹੂਰੀਅਤ ਦੇ ਵਿੱਚ। ਤੇ ਮੈਨੂੰ ਲੱਗਦਾ ਜੇ ਕੁਝ ਦੇ ਨਹੀਂ ਸਕਦੇ ਤਾਂ ਅਪਮਾਨ ਨਹੀਂ ਕਰਨਾ ਚਾਹੀਦਾ। ਠੀਕ ਹੈ, ਤੁਸੀਂ ਦੱਸ ਰਹੇ ਹੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਜੋ ਅੰਦੋਲਨਕਾਰੀਆਂ ਬਾਰੇ ਸ਼ਬਦਾਵਲੀ ਵਰਤੀ ਉਹਦੇ ਤੁਸੀਂ ਨਿਖੇਧੀ ਕਰਦੇ ਹੋ, ਲੇਕਿਨ ਜਿਹੜੀ ਵੱਡੀ ਗੱਲ ਉਹਨਾਂ ਨੇ ਇਹ ਵੀ ਆਖ ਦਿੱਤੀ ਕਿ ਸਿੱਖ ਭਾਈਚਾਰੇ ਦਾ ਅਸੀਂ ਸਨਮਾਨ ਕਰਦੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਕਦੇ ਨਹੀਂ ਭੁਲਾ ਸਕਦੇ, ਤੇ ਜਿਹੜੇ ਵੀ ਲੋਕ ਉਹਨਾਂ ਨੂੰ ਅੱਤਵਾਦੀ, ਮਾਓਵਾਦੀ ਜਾਂ ਕੁਝ ਹੋਰ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ ਉਸ ਨੂੰ ਬਰਦਾਸ਼ਤ ਵੀ ਨਹੀਂ ਕਰਾਂਗੇ। ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੇ ਇਹ ਜਿਹੜੇ ਬਿਆਨ ਹੈਗੇ ਨੇ ਕਿ ਉਹ ਦਿਲੋਂ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਨੇ? ਜਦੋਂ ਘੱਟ ਗਿਣਤੀਆਂ ਦਾ ਮੁੱਦਾ ਉੱਠ ਕੇ ਜਾਂ ਅੰਦੋਲਨ ਦਾ ਦਬਾਅ ਬਣਿਆ, ਕੌਮਾਂਤਰੀ ਪੱਧਰ ਤੇ ਦਬਾਅ ਬਣਿਆ ਵਾ, ਉਹਦੇ 'ਚੋਂ ਉਹਨਾਂ ਨੇ ਜਦੋਂ ਕੌਮਾਂਤਰੀ ਪੱਧਰ ਤੇ ਦਬਾਅ ਨੂੰ ਇਹ ਗੱਲਾਂ ਕਹਿ ਕੇ ਘੱਟ ਕਰਨ ਦਾ ਯਤਨ ਕੀਤਾ, ਤੇ ਭਾਈਚਾਰਕ ਤੌਰ ਤੇ ਵੀ ਜਿਹੜੇ ਉਹਨਾਂ ਨੇ ਮਤਲਬ ਜਿਹੜਾ ਆਪਣੀ ਜਿਹੜੀ ਵੋਟ ਬੈਂਕ ਹੈ ਉਹਨੂੰ ਧਿਆਨ ਵਿੱਚ ਰੱਖ ਕੇ ਬਿਆਨ ਦਾਗੇ ਆ। ਚਲੋ ਮੈਂ ਕਹਿੰਦਾ ਜਿਹੜੀ ਦਿਸ਼ਾ 'ਚੋਂ ਬੋਲ ਰਿਹਾ ਉਹਨੂੰ ਉਸੇ ਦਿਸ਼ਾ 'ਚ ਹੀ ਅੱਗੇ ਕੰਮ ਕਰਨਾ ਚਾਹੀਦਾ, ਪਰ ਉਹ ਜਦੋਂ ਫਿਰ ਆਪਣੀ ਦਿਸ਼ਾ ਚੇਂਜ ਕਰ ਜਾਂਦੇ ਨੇ ਤੇ ਐਂ ਲੱਗਦਾ ਵੀ ਜਿਵੇਂ ਕਿਸੇ ਚੀਜ਼ ਨੂੰ ਅੱਡ ਕਰਕੇ, ਕਿਸਾਨਾਂ ਨਾਲੋਂ ਚੀਜ਼ਾਂ ਅੱਡ ਕਰਕੇ ਹੋਰ ਉਹਦੀ ਪਰਿਭਾਸ਼ਾ ਕਹਿ ਕੇ ਜਿਹੜੀ ਘੋਲ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਆ, ਜਿਹੜੀ ਲੋਕਾਂ ਦੇ ਮਨਾਂ ਵਿੱਚ ਕਿਸਾਨ ਅੰਦੋਲਨ ਪ੍ਰਤੀ ਜ਼ਹਿਰ ਪੈਦਾ ਕਰਨ ਦੀ ਅੰਦੋਲਨ, ਇਹ ਨਹੀਂ ਸੋਭਾ ਦਿੰਦਾ, ਖਾਸ ਕਰਕੇ ਪ੍ਰਧਾਨ ਮੰਤਰੀ ਵਰਗੇ ਅਹੁਦੇ ਨੂੰ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਵੇਂ ਕਿ ਘਟਨਾਕ੍ਰਮ 26 ਜਨਵਰੀ ਦਾ ਵਾਪਰਦਾ ਹੈ, ਉਸ ਤੋਂ ਬਾਅਦ ਰਕੇਸ਼ ਟਿਕੈਤ ਦੀ ਅੱਖ ਦੇ ਵਿੱਚ ਹੰਝੂ ਗਿਰਦੇ ਨੇ, ਰਾਤੋਂ ਰਾਤ ਰਕੇਸ਼ ਟਿਕੈਤ ਪੂਰੇ ਮੀਡੀਆ ਦੇ ਵਿੱਚ ਆ ਜਾਂਦੇ ਨੇ, ਇੱਕ ਆਪਾਂ ਕਹਿ ਸਕਦੇ ਹਾਂ ਇੱਕ ਨਵੇਂ ਨਾਇਕ ਵਜੋਂ ਉੱਭਰ ਆਉਂਦੇ ਨੇ, ਤੇ ਉਸ ਤੋਂ ਬਾਅਦ ਕਈ ਬੁੱਧੀਜੀਵੀ ਵੀ ਸਵਾਲ ਚੁੱਕਦੇ ਨੇ ਉਹਨਾਂ ਦੇ ਨਵੇਂ ਨਾਇਕ ਤੋਂ, ਕਿਉਂਕਿ ਪੰਜਾਬ ਦੀ ਜਥੇਬੰਦੀਆਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਸੀਗੀਆਂ, ਤੇ ਇੱਕ ਹਿੰਦੂ ਚਿਹਰੇ ਨੂੰ ਵੀ ਅੱਗੇ ਲਿਆਉਣ ਬਾਰੇ ਸਰਕਾਰ ਸੋਚ ਰਹੀ ਸੀ। ਕਈ ਬੁੱਧੀਜੀਵੀਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਰਕੇਸ਼ ਟਿਕੈਤ ਨੂੰ ਉਭਾਰਨਾ ਹਿੰਦੂ ਕੱਟੜਵਾਦੀ ਸਰਕਾਰ ਨੂੰ ਰਾਸ ਆਉਂਦਾ। ਕੀ ਲੱਗਦਾ ਇਸ ਪਿੱਛੇ ਤੁਹਾਨੂੰ? ਦੇਖੋ, ਮੈਨੂੰ ਲੱਗਦਾ ਵੀ ਚਲੋ ਸਰਕਾਰ ਦੀ ਨੀਤੀ ਫਿਰਕੂ ਆ, ਪਰ ਕਿਸਾਨ ਅੰਦੋਲਨ ਕਿਸੇ ਧਰਮ ਨਾਲ ਰਿਲੇਟਡ ਨਹੀਂ ਹੈਗਾ, ਕਿਸੇ ਜਾਤ ਪਾਤ ਨਾਲ ਰਿਲੇਟਡ ਨਹੀਂ ਹੈਗਾ, ਸਾਰੇ ਧਰਮਾਂ ਦੇ, ਸਾਰੇ ਜਾਤਾਂ ਦੇ ਲੋਕ ਨੇ, ਤੇ ਅੰਦੋਲਨ ਹੈਗਾ ਭੁੱਖ ਵਾਲਾ ਵੀ ਰੋਟੀ ਦਾ ਸਵਾਲ ਆ, ਵੀ ਏਡਾ ਵੱਡਾ 80% ਲੋਕ ਜੁੜੇ ਹੋਣ ਜਿਹੜੇ ਕਿੱਤੇ ਨਾਲ, ਉੱਤੇ ਸਿੱਧੇ ਜਾਂ ਸਿੱਧੇ ਨਿਰਭਰ ਹੋਣ ਵੀ ਉਹ ਕਿੱਤਾ ਉੱਜੜ ਤੋਂ ਬਚਾਉਣਾ ਵਾ, ਉਹਦਾ ਅੰਦੋਲਨ ਆ। ਬਾਕੀ ਸਰਕਾਰਾਂ ਹਮੇਸ਼ਾ ਹੀ ਇਹਨੂੰ
ਕੁਛ ਨਾ ਕੁਛ ਇਹੋ ਜਿਹੀਆਂ ਰੰਗਤ ਦਿੰਦੀਆਂ ਹੁੰਦੀਆਂ ਵਾ, ਰੰਗਤ ਦੇ ਕੇ ਤੇ ਉਹ ਅੰਦੋਲਨ ਨੂੰ ਫੇਲ ਕਰਦੀਆਂ ਹੁੰਦੀਆਂ। ਅਜੇ ਤੱਕ ਉਹ ਸਫਲ ਨਹੀਂ ਹੋਏ। ਇਹ ਸਾਰੇ ਦੇਸ਼ ਦਾ ਅੰਦੋਲਨ ਆ, ਸਾਰੇ ਧਰਮਾਂ ਜਾਤਾਂ ਦਾ ਅੰਦੋਲਨ ਆ। ਘੱਟੋ ਘੱਟ ਧਰਮ ਨਿਰਪੱਖ ਕੰਟਰੀ ਆ ਸਾਡੀ, ਅਸੀਂ ਚਵਾਂ ਮੰਗਾਂ ਤੇ ਇਕੱਠੇ ਹੋਏ ਆ ਤੇ ਉੱਤੇ ਅੰਦੋਲਨ ਕਰ ਰਹੇ ਹਾਂ। ਬੇਸ ਸਾਡਾ ਇਹੀ ਆ। ਠੀਕ ਹੈ, ਮਤਲਬ ਸਾਰੀ ਜਥੇਬੰਦੀਆਂ ਇਕਜੁੱਟ ਨੇ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਬਿਲਕੁਲ ਬਿਲਕੁਲ, ਜਥੇਬੰਦੀਆਂ 'ਚ ਕੋਈ ਰੌਲਾ ਨਹੀਂ ਹੈਗਾ, ਮਨੋਰਥ ਸਾਰਿਆਂ ਦਾ ਇੱਕੋ ਹੀ ਆ। ਠੀਕ ਆ, ਉਹਦੇ ਵਿੱਚ ਜਿੰਨਾ ਕੋ ਕੰਮ ਕਰਦਾ ਵਾ, ਘੱਟ ਕਰਦਾ ਵਾ, ਵੱਧ ਕਰਦਾ, ਉਹਦੇ ਹਿਸਾਬ ਨਾਲ ਲੋਕ ਆਪੇ ਫੈਸਲਾ ਕਰ ਲੈਣਗੇ ਕੌਣ ਸਾਡਾ ਨਾਇਕ ਆ, ਘੱਟ ਆ, ਵੱਧ ਆ। ਜਿੱਦਾਂ ਕਿ ਤੁਸੀਂ ਪੰਜਾਬ ਦੇ ਵਿੱਚ ਵੀ ਪਹਿਲਾਂ ਧਰਨੇ ਲਾਈ ਰੱਖੇ ਨੇ, ਉੱਥੇ ਰੇਲਾਂ ਵੀ ਰੋਕੀ ਰੱਖੀਆਂ ਗਈਆਂ ਨੇ, ਤੇ ਉਸ ਤੋਂ ਬਾਅਦ ਪੰਜਾਬ ਤੋਂ ਬਾਅਦ ਤੁਸੀਂ ਦਿੱਲੀ ਵੀ ਆ ਗਏ, ਦਿੱਲੀ ਦੇ ਬਰੂਹਾਂ ਉੱਤੇ ਵੀ ਧਰਨੇ ਲਾਏ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਗੱਲ ਕਰਾਂ ਖਾਸ ਤੌਰ ਤੇ ਤੁਹਾਡੀ, ਕੀ ਲੱਗਦਾ ਤੁਹਾਨੂੰ ਕਿ ਹੋਰ ਕੀ ਕੁਝ ਕਦਮ ਚੁੱਕਣ ਦੀ ਲੋੜ ਹੈਗੀ ਹੈ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ? ਕਿਉਂਕਿ ਜਦੋਂ ਪੰਜਾਬ ਦੇ ਵਿੱਚ ਰੇਲਾਂ ਤੋਂ ਧਰਨੇ ਚੁੱਕ ਦਿੱਤੇ ਗਏ ਸੀ, ਤੁਸੀਂ ਤਾਂ ਵੀ ਅੜੇ ਹੋਏ ਸੀ। ਦੇਖੋ, ਸਾਫ਼ ਜੀ ਗੱਲ ਹੈ ਵੀ ਸਰਕਾਰ ਦਾ ਮਤਲਬ ਹੁੰਦਾ ਵੀ ਅੰਦੋਲਨ ਨੂੰ ਨੁਕਸਾਨ ਤਾਂ ਪੁੱਜੂਗਾ ਕਿਸੇ ਵਿਸ਼ੇਸ਼ ਤਬਕੇ ਨਾਲ ਜੋੜੋ। ਜਿਵੇਂ ਪੰਜਾਬ ਨੂੰ ਅੱਡ ਕਰਕੇ ਪੂਰੇ ਦੇਸ਼ ਨਾਲ ਉਹਨੂੰ ਕੁੱਟਣ ਦਾ ਯਤਨ ਹੈ, ਇਹ ਸਫਲ ਨਹੀਂ ਹੋਣ ਦੇਣਾ ਚਾਹੀਦਾ। ਪੂਰਾ ਦੇਸ਼ ਦਾ ਅੰਦੋਲਨ ਹੈ, ਇਹਦਾ ਘੇਰਾ ਹੋਰ ਬਰੌਡ ਕਰਨਾ ਚਾਹੀਦਾ, ਇਹਦਾ ਘੇਰਾ ਹੋਰ ਖੁੱਲ੍ਹਣਾ ਚਾਹੀਦਾ। ਇਹ ਆਮ ਲੋਕਾਂ ਦਾ ਅੰਦੋਲਨ, ਕਿਸੇ ਇੱਕ ਦੇ ਸਿਰ ਤੇ ਖੜਾ ਨਹੀਂ ਹੈਗਾ। ਜਦੋਂ ਇਹਦੀ ਇਹ ਖੂਬਸੂਰਤੀ ਅਸੀਂ ਸਰਕਾਰ ਜ਼ੋਰ ਲਾ ਵੀ ਲਵੇ, ਉਹ ਗਵਾਚਣ ਨਾ ਦਿਆਂਗੇ ਤੇ ਸਰਕਾਰ ਹਰੂਗੀ। ਇਹਦਾ ਬੇਸਿਕ ਇਹ ਗੱਲ ਰੱਖਣ ਦੀ ਆ। ਜੇ ਉਹਨਾਂ ਦੇ ਟਰੈਪ 'ਚ ਸਰਕਾਰ ਜਿਵੇਂ ਫਸਾਉਣਾ ਚਾਹੁੰਦੀ ਵੀ ਕਿਸੇ ਇੱਕ ਤਬਕੇ ਦਾ ਅੰਦੋਲਨ ਆ, ਉਹ ਤੋਂ ਸਾਨੂੰ ਸਮੱਸਿਆ ਖੜੂਗੀ। ਤੇ ਮੈਨੂੰ ਲੱਗਦਾ ਅੱਜ ਤੱਕ ਜੋ ਕੁਝ ਉਹਨਾਂ ਨੇ ਸਾਡੇ ਖਿਲਾਫ ਹੱਥਕੰਡਾ ਅਪਣਾਇਆ, ਉਹਦੇ 'ਚੋਂ ਫੇਲ ਹੋਏ ਆ। ਪੂਰਾ ਦੇਸ਼ ਖੜਿਆ, ਪੂਰਾ ਦੇਸ਼ ਲੜ ਰਿਹਾ। ਹੁਣ ਵੀ ਕਿਸਾਨ ਜਥੇਬੰਦੀਆਂ ਨੇ ਕੁਝ ਫੈਸਲੇ ਲਏ ਨੇ। ਰੇਲਾਂ ਦੁਆਰਾ ਰੋਕੀਆਂ ਜਾਣਗੀਆਂ 18 ਤਰੀਕ ਨੂੰ, ਰਾਜਸਥਾਨ ਤੇ ਹੋਰ ਕਈ ਥਾਵਾਂ ਤੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਫੈਸਲਾ ਲਿਆ ਗਿਆ ਹੈ, ਤੇ ਨਾਲ ਹੀ ਪੁਲਵਾਮਾ ਦੇ ਜਿਹੜੇ ਸ਼ਹੀਦ ਸਨ ਉਹਨਾਂ ਲਈ ਵੀ ਫੈਸਲਾ ਲਿਆ ਗਿਆ। ਤੇ ਕੀ ਲੱਗਦਾ ਹੈ ਕਿ ਫੈਸਲੇ ਜਿਹੜੇ ਜਥੇਬੰਦੀਆਂ ਵੱਲੋਂ ਹੁਣ ਰੀਸੈਂਟਲੀ ਲਏ ਗਏ ਨੇ, ਉਹ ਠੀਕ ਫੈਸਲੇ ਨੇ ਜਾਂ ਕੁਝ ਹੋਰ ਉਹਨਾਂ ਦੇ ਵਿੱਚ ਐਡ ਆਨ ਕਰਨ ਦੀ ਲੋੜ ਹੈਗੀ ਹੈ? ਦੇਖੋ, ਟੋਲ ਪਲਾਜ਼ੇ ਫ੍ਰੀ ਕਰਨਾ, ਰੇਲ ਰੋਕੋ ਅੰਦੋਲਨ ਚੱਲ ਹੋਰ ਵੀ ਆ। ਮੈਨੂੰ ਲੱਗਦਾ ਵੀ ਇਹਦੀ ਨਿਸ਼ਾਨੀ ਆ ਵੀ ਘੋਲ ਅੱਗੇ ਵੱਧ ਰਿਹਾ। ਜੇ ਰਾਜਸਥਾਨ ਦੇ ਟੋਲ ਪਲਾਜ਼ੇ ਫ੍ਰੀ ਹੋ ਰਹੇ ਨੇ ਤੇ ਘੋਲ ਅੱਗੇ ਗਿਆ ਵਾ, ਜਿਹੜੀ ਨੈਗੇਟਿਵਿਟੀ ਮਤਲਬ ਹੁੰਦੀ ਵੀ ਕੋਲ ਪਿੱਛੇ ਗਿਆ, ਕੋਲ ਪਿੱਛੇ ਨਹੀਂ ਗਿਆ, ਕੋਲ ਅੱਗੇ ਗਿਆ ਵਾ। ਸਰਕਾਰਾਂ ਐਂ ਕਰਦੀਆਂ ਹੁੰਦੀਆਂ, ਸਰਕਾਰਾਂ ਅਟੈਕ ਕਰਦੀਆਂ ਹੁੰਦੀਆਂ, ਸਰਕਾਰਾਂ ਕੇਸ ਪਾਉਂਦੀਆਂ ਹੁੰਦੀਆਂ। ਨਾ ਪਹਿਲੇ ਕੇਸ ਨੇ ਨਾ ਅਖੀਰਲੇ ਕੇਸ ਨੇ, ਇਹ ਕੇਸ ਵੀ ਜਾਣੇ ਨੇ ਜਿਵੇਂ ਇੱਧਰ ਆਇਆ। ਅੰਦੋਲਨ ਕਾਇਮ ਰਹੂਗਾ, ਸਾਰੇ ਇਕਜੁੱਟ ਰਹਾਂਗੇ, ਸਰਕਾਰ ਦੇ ਖਿਲਾਫ ਨਿਸ਼ਾਨਾ ਇੱਕ ਰੱਖਾਂਗੇ, ਘੋਲ ਜਿੱਤ ਕੇ ਨਿਕਲਾਂਗੇ, ਕੇਸ ਵੀ ਰੱਦੀ ਦੀ ਟੋਕਰੀ 'ਚ ਪੈਣਗੇ। ਤੇ ਜਿਹੜੇ ਅੰਦੋਲਨ ਦਾ ਐਲਾਨ ਕੀਤਾ ਗਿਆ, ਚੰਗਾ ਗੱਲ ਆ। ਤੁਸੀਂ ਵੇਖਿਓ 18 ਨੂੰ ਪੂਰਾ ਦੇਸ਼ ਦਾ ਰੇਲ ਪਈਆ ਪੂਰੀ ਤਰ੍ਹਾਂ ਜਾਮ ਹੋ, ਤੇ ਲੱਖਾਂ ਮੈਨੂੰ ਲੱਗਦਾ ਪੂਰਾ ਦੇਸ਼ ਨਿਕਲ ਗਿਆ, ਤੇ ਸ਼ਾਇਦ ਕਰੋੜਾਂ ਲੋਕ ਇਹਦੇ ਤੇ ਪ੍ਰਦਰਸ਼ਨ ਵਿੱਚ ਆ ਜਾਣੇ ਆ। ਤੇ ਮੈਨੂੰ ਲੱਗਦਾ ਵੱਡਾ ਅੰਦੋਲਨ ਹੋਊਗਾ, ਤੇ ਇਹ ਸਰਕਾਰ ਲਈ ਬਹੁਤ ਵੱਡੀ ਸਰਦਰਦੀ ਕ੍ਰੀਏਟ ਕਰੂਗਾ। ਪੰਦੇਰ ਸਾਹਿਬ, ਜਿੱਦਾਂ ਕਿ ਕਿਸਾਨ ਖੁਦਕੁਸ਼ੀਆਂ ਕਰਦੇ ਆਏ ਨੇ ਪਹਿਲਾਂ ਪੰਜਾਬ ਦੇ ਵਿੱਚ ਵੀ, ਉਦੋਂ ਮਸਲਾ ਇਹ ਉੱਠਦਾ ਸੀਗਾ ਕਿ ਅੱਜ ਖੇਤੀ ਦੀ ਹਾਲਤ ਸੁਧਾਰੀ ਜਾਣੀ ਚਾਹੀਦੀ ਹੈ। ਖੇਤੀ ਦੀ ਹਾਲਤ ਸੁਧਾਰਨੀ, ਹੁਣ ਸਰਕਾਰ ਕਹਿੰਦੀ ਅਸੀਂ ਖੇਤੀ ਕਾਨੂੰਨ ਲੈ ਕੇ ਆਏ ਹਾਂ, ਤੇ ਕਿਸਾਨਾਂ ਨੂੰ ਉਹਨਾਂ ਦੇ ਉੱਤੇ ਇਤਰਾਜ਼ ਹੈ। ਖੇਤੀ ਦੀ ਹਾਲਤ ਕਿਵੇਂ ਸੁਧਾਰਾਂਗੇ, ਕਿਸਾਨਾਂ ਦੀ ਹਾਲਤ ਕਿਵੇਂ ਸੁਧਾਰੀ ਜਾ ਸਕਦੀ ਹੈ? ਕੀ ਕੁਝ ਕਰਨ ਦੀ ਲੋੜ ਹੈ ਸਰਕਾਰ ਨੂੰ? ਮੈਨੂੰ ਲੱਗਦਾ ਸਰਕਾਰ ਕਿਸਾਨਾਂ ਦੇ ਸੁਧਾਰ ਤੇ ਨਾਂ ਤੇ ਤੁਸੀਂ ਕਾਰਪੋਰੇਟ ਨੂੰ ਖੁਸ਼ ਕਰਨਾ ਚਾਹੁੰਦੇ ਹੋ, ਇਹ ਤੁਹਾਡੀ ਵਾਜਬ ਦਲੀਲ ਨਹੀਂ ਹੈਗੀ। ਤੁਹਾਡੇ ਵਾਲਾ ਜਿਹੜਾ ਪੈਟਰਨ ਆ, ਤੁਹਾਡੇ ਵਾਲਾ ਜਿਹੜਾ ਮਾਡਲ ਆ, ਇਹ ਯੂਰਪ ਅਮਰੀਕਾ ਵਿੱਚ ਫੇਲ ਹੋ ਚੁੱਕਾ। ਇਹਦੀਆਂ 200 ਐਗਜ਼ਾਮਪਲਾਂ ਦੇ ਗਈਆਂ, ਬਾਰ-ਬਾਰ ਬੋਲਣ ਨੂੰ ਵੀ ਨਹੀਂ ਦਿਲ ਕਰਦਾ ਵੀ ਉਹਦੇ ਬਾਰੇ ਕੀ ਕਹਿਣਾ ਵਾ ਹੁਣ। ਤਾਂ ਤੁਸੀਂ ਪ੍ਰਾਈਵੇਟ ਖੇਤਰ ਦੀ ਜਿਹੜੀ ਗੱਲ ਕਰਦੇ ਹੋ, ਪ੍ਰਾਈਵੇਟ ਖੇਤਰ ਤੁਹਾਡਾ ਪੂਰੀ ਤਰ੍ਹਾਂ ਦੇਸ਼ ਵਿੱਚ ਫੇਲ ਹੋ ਚੁੱਕਾ। ਨਾ ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਚੁੱਕਿਆ, ਨਾ ਉਹ ਬਾਜ਼ਾਰ ਦੇ ਵਿੱਚ ਰੁਜ਼ਗਾਰ ਦੇ ਚੁੱਕਿਆ। ਉਹਨੇ ਲੁੱਟ ਕੀਤੀ ਹੈ 1% ਲਈ ਲੋਕਾਂ ਲਈ, ਉਹਨੇ ਬਾਜ਼ਾਰ ਨੂੰ ਵੀ ਲੁੱਟਿਆ ਵਾ, ਤੇ ਉਹ ਖੇਤੀ ਸੈਕਟਰ ਬਚਿਆ ਸੀ, ਖੇਤੀ ਸੈਕਟਰ ਨੂੰ ਵੀ ਲੁੱਟਣਾ ਵਾ। ਇਸ ਕਰਕੇ ਤੁਸੀਂ ਇਹ ਦਾਅਵੇ ਕਰੋ, ਤੁਸੀਂ ਘੱਟੋ ਘੱਟ ਜਿਹੜਾ ਪਹਿਲੀ ਵਿਵਸਥਾ ਚੱਲ ਰਹੀ ਆ, ਠੀਕ ਆ, ਉਹਦੇ ਵਿੱਚ ਇਹ ਆ ਵੀ ਜਿਹੜੀ ਕਿਸਾਨ ਉਪਜ ਪੈਦਾ ਕਰਦਾ ਉਹਦੀ ਖਰੀਦ ਯਕੀਨੀ ਬਣਾ ਦਿਓ, ਉਹਦਾ ਘੱਟੋ ਘੱਟ ਸਪੋਰਟ ਪ੍ਰਾਈਸ ਲਾਹੇਮੰਦਾ ਦੇ ਦਿਓ। ਮੈਨੂੰ ਨਹੀਂ ਲੱਗਦਾ ਖੇਤੀ ਮਰੂਗੀ, ਖੇਤੀ ਵਧੀਆ ਪ੍ਰਫੁੱਲਤ ਹੋਊਗੀ। ਪਰ ਤੁਸੀਂ ਖੇਤੀ ਸੈਕਟਰ ਤੋਂ ਸਾਨੂੰ ਬਾਹਰ ਕਰ ਦਿਓ ਖੇਤੀ ਸੁਧਾਰਾਂ ਦੇ ਨਾਂ ਤੇ, ਇਹ ਕਿਸੇ ਨੇ ਵੀ ਨਹੀਂ ਤੁਹਾਡੀ ਦਲੀਲ ਮੰਨਣੀ। ਠੀਕ ਹੈ, ਕਾਂਗਰਸ ਵੀ ਲਗਾਤਾਰ ਇਹ ਗੱਲ ਆਖ ਰਹੀ ਹੈ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਸੱਤਾ ਦੇ ਵਿੱਚ, ਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਅਸੀਂ ਰੱਦ ਕਰਾਂਗੇ। ਤੇ ਕਾਂਗਰਸ ਦੇ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਲੋਕਤੰਤਰ ਵਿੱਚ, ਉਹਨਾਂ ਨੂੰ ਆਪਣੀ ਗੱਲ ਕਰਨ ਦਾ, ਵਿਰੋਧ ਕਰਨ ਦਾ ਹੱਕ ਆ। ਪਰ ਸਾਰੀਆਂ ਤਾਂ ਪਾਰਟੀਆਂ ਉਹਨਾਂ ਨੀਤੀਆਂ ਨਾਲ ਸਹਿਮਤ ਆ। ਕਦੀ ਕਾਂਗਰਸ ਨੇ ਉਸ ਨੀਤੀ ਦਾ ਵਿਰੋਧ ਤਾਂ ਨਹੀਂ ਕੀਤਾ ਜਿਸ ਨੀਤੀਆਂ ਤਹਿਤ ਆ ਕੁਝ ਹੋ ਰਿਹਾ, ਖੇਤੀ ਕਾਨੂੰਨ ਲਿਆਂਦੇ ਗਏ ਆ। ਸੋ ਇਸ ਕਰਕੇ ਆਪੋ ਆਪਣੇ ਹਿਸਾਬ ਨਾਲ ਦਾਅ ਪੇਚ ਖੇਡਦੀਆਂ ਨੇ, ਸਿਆਸਤਦਾਨ ਦਾਅ ਪੇਚ ਖੇਡਦੇ ਨੇ। ਕਾਂਗਰਸ ਕਦੀ ਵੀ ਇਸ ਘੋਲ ਵਿੱਚ ਇਹਦੀ ਜ਼ੋਰ ਨਾਲ ਕੁੱਦੀ ਨਹੀਂ ਹੈਗੀ। ਰਾਹੁਲ ਗਾਂਧੀ ਚਾਹੁੰ ਤੇ ਕਰੋੜ ਬੰਦਾ ਇਕੱਠਾ ਕਰਕੇ ਦੇਸ਼ ਦੀ ਪਾਰਲੀਮੈਂਟ ਘੇਰ ਸਕਦੇ ਆ, ਬਹੁਤ ਤਗੜੀ ਪਾਰਟੀ ਆ। ਪਰ ਵਿਰੋਧ ਸਿਰਫ ਵਿਰੋਧ ਤੱਕ ਸੀਮਿਤ ਆ, ਸੱਤਾ ਦੀ ਲੜਾਈ ਆ ਇੱਕ ਦੂਜੇ ਨਾਲ। ਕਿਸਾਨਾਂ ਵਾਸਤੇ ਕੋਈ ਬਾਲਾ ਹੈ ਨਹੀਂ ਹੈਗਾ ਉਹਦੇ 'ਚ।
ਸ਼੍ਰੋਮਣੀ ਅਕਾਲੀ ਦਲ ਉੱਤੇ ਕਾਫੀ ਸਵਾਲ ਉੱਠੇ ਪੰਜਾਬ ਦੇ ਵਿੱਚ ਜਦੋਂ ਇਹਨਾਂ ਦੀ ਭਾਈਵਾਲੀ ਸੀ ਬੀਜੇਪੀ ਦੇ ਨਾਲ ਕਿ ਤੁਸੀਂ ਭਾਈਵਾਲੀ ਛੱਡੋ, ਕਿਸਾਨਾਂ ਨਾਲ ਖੜੇ ਹੋ ਕਿ ਨਹੀਂ ਖੜੇ। ਉਹਨਾਂ ਨੇ ਭਾਈਵਾਲੀ ਛੱਡਤੀ। ਫਿਰ ਉਸ ਤੋਂ ਬਾਅਦ ਆਵਾਜ਼ ਉੱਠੀ ਕਿ ਤੁਸੀਂ ਉਹਦੇ ਤੋਂ ਅਸਤੀਫਾ ਦਿਓ, ਕੇਂਦਰੀ ਉਹਦਾ ਵੀ ਛੱਡ ਦਿੱਤਾ ਉਹਨਾਂ ਨੇ। ਤੇ ਸੁਖਬੀਰ ਸਿੰਘ ਬਾਦਲ ਹੋਰਾਂ ਪੰਜਾਬ ਬੈਠੇ ਹੋਏ ਨੇ, ਤੁਸੀਂ ਦਿੱਲੀ ਦੀ ਬਰੂਹਾਂ ਉੱਤੇ ਬੈਠੇ ਹੋਏ ਹੋ। ਕੀ ਲੱਗਦਾ ਹੈ ਕਿ ਜਿਹੜੀਆਂ ਪੰਜਾਬ ਦੀ ਵੱਡੀਆਂ ਖੇਤਰੀ ਪਾਰਟੀਆਂ ਹੈਗੀਆਂ, ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ, ਉਹਨਾਂ ਨੂੰ ਵੀ ਇਸ ਅੰਦੋਲਨ ਦੇ ਵਿੱਚ ਆਉਣਾ ਚਾਹੀਦਾ, ਇੱਥੇ ਦਿੱਲੀ ਦੀ ਬਰੂਹਾਂ ਉੱਤੇ ਬਹਿਣਾ ਚਾਹੀਦਾ? ਦੇਖੋ, ਇਹ ਅੰਦੋਲਨ ਦਾ ਫੈਸਲਾ ਹੈ, ਕੋਈ ਸਿਆਸੀ ਪਾਰਟੀ ਸਾਡੇ ਮੰਚ ਤੋਂ ਨਾ ਬੋਲ ਸਕਦੀ ਹੈ ਨਾ, ਠੀਕ ਹੈ। ਆਪਣੇ ਪੱਧਰ ਤੇ ਜੋ ਮਰਜ਼ੀ ਕਰਨ, ਇਹ ਫੈਸਲੇ ਤੇ ਕਾਇਮ ਹੈ। ਆਪਣੇ ਪੱਧਰ ਤੇ ਵੀ ਮਤਲਬ ਜੋ ਉਹਨਾਂ ਨੂੰ ਯਤਨ ਜਟਾਉਣੇ ਚਾਹੀਦੇ ਆ, ਉਹ ਯਤਨ ਨਹੀਂ ਜੁਟ ਰਹੇ। ਚਲੋ ਫਿਰ ਵੀ ਉਹ ਕੀ ਕਰਦੇ ਨਹੀਂ ਕਰਦੇ। ਕਿਸਾਨ ਅੰਦੋਲਨ ਵਧੀਆ ਚੱਲ ਰਿਹਾ। ਮੈਂ ਪਹਿਲੋਂ ਕਿਹਾ ਵੀ ਜਿੰਨੀਆਂ ਵੀ ਸਿਆਸੀ ਪਾਰਟੀਆਂ, ਜਦੋਂ ਅੰਦੋਲਨ ਇਹਦਾ ਵੱਡਾ ਹੁੰਦਾ ਵਾ, ਉਹਦੇ ਵਿੱਚ ਆਪਣੀ ਹਰ ਇੱਕ ਬੰਦੇ ਨੂੰ ਜ਼ਮੀਨ ਬਚਾਉਣੀ ਹੁੰਦੀ, ਹਰ ਬੰਦੇ ਨੇ ਆਪਣੀ ਪਾਰਟੀ ਦੀ ਹੋਂਦ ਬਚਾਉਣੀ ਹੁੰਦੀ ਹੈ, ਤਾਂ ਉਹ ਆਪਣੇ ਹਿਸਾਬ ਨਾਲ ਪ੍ਰੋਗਰਾਮ ਕਰਦਾ। ਕੋਈ ਪਾਰਟੀ ਆਪਣੇ ਹਿਸਾਬ ਨਾਲ ਪ੍ਰੋਗਰਾਮ ਕਰਦੀ, ਅਸੀਂ ਕਦੀ ਉੱਤੇ ਕਿੰਤੂ ਨਹੀਂ ਕੀਤਾ, ਅਸੀਂ ਆਪ ਦਾ ਲੜ ਰਹੇ। ਸੋ ਕਿਸਾਨ ਅੰਦੋਲਨ ਪੂਰੀ ਜਨ ਅੰਦੋਲਨ ਆ। ਇਹ ਜਨਤਾ ਇਹਦੀ ਜੜ ਆ, ਕਿਸਾਨ ਮਜ਼ਦੂਰ ਇਹਦੀ ਰੀੜ੍ਹ ਦੀ ਹੱਡੀ ਆ। ਉਹ ਪੂਰੀ ਜਨਤਾ ਦੇ ਸਹਿਯੋਗ ਨਾਲ ਚੱਲ ਰਿਹਾ ਵਾ, ਬਿਲਕੁਲ ਨਿਰਪੱਖ ਹੈ। ਸਾਡਾ ਕੋਈ ਸੱਤਾ ਹਾਸਲ ਕਰਨ ਦਾ ਕੋਈ ਥੋੜਾ ਟਾਰਗੇਟ ਹੈ ਵੀ ਅਸੀਂ ਕੱਲ੍ਹ ਨੂੰ ਇਲੈਕਸ਼ਨ ਲੜਨੀ ਹੈ, ਕੱਲ੍ਹ ਨੂੰ MLA ਬਣਨਾ, MP ਬਣਨਾ, ਸੱਤਾ ਹਾਸਲ ਕਰਨੀ ਹੈ। ਸਾਡਾ ਵੀ ਖੇਤੀ ਕਿੱਤਾ ਸਾਡਾ ਕਿੱਤਾ ਵਾ। ਅਸੀਂ ਦੇਸ਼ ਲਈ ਅੰਨ ਪੈਦਾ ਕਰਦੇ ਹਾਂ। ਸਾਨੂੰ ਖੇਤੀ ਕਿੱਤੇ ਚੋਂ ਬਾਹਰ ਕੱਢਣਾ 70-80 ਕਰੋੜ ਲੋਕਾਂ ਦਾ ਜ਼ਿੰਦਗੀ ਮੌਤ ਦਾ ਸਵਾਲ ਹੈ। ਉਹ ਹੋਣ ਦੀ ਲੜਾਈ ਲੜ ਰਹੇ। ਪਰ ਪੰਜਾਬੀ ਸੋਚਦੇ ਨੇ ਜ਼ਰੂਰ ਕਿ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਆਗੂ ਨੇ, ਕਿਸਾਨ ਜਥੇਬੰਦੀਆਂ ਹੈਗੀਆਂ ਨੇ, ਉਹ ਵੀ ਤਾਂ ਦਿੱਲੀ ਦੇ ਬਰੂਹਾਂ ਉੱਤੇ ਸੰਘਰਸ਼ ਕਰ ਰਹੇ ਨੇ। ਪਰਚੇ ਵੀ ਤੁਹਾਡੇ ਉੱਤੇ ਪੈ ਗਏ, ਦੇਸ਼ ਧਰੋਹ ਦੇ ਦੋਸ਼ ਵੀ ਲੱਗ ਗਏ ਹੈਗੇ ਨੇ। ਤੇ ਸੁਖਬੀਰ ਸਿੰਘ ਬਾਦਲ ਜਾ ਕੇ ਰਕੇਸ਼ ਟਿਕੈਤ ਨੂੰ ਤਾਂ ਮਿਲ ਆਉਂਦੇ ਨੇ, ਸਰੋਪਾ ਵੀ ਦੇ ਆਉਂਦੇ ਨੇ। ਪੰਜਾਬ ਦੇ ਕਿਸਾਨਾਂ ਨੂੰ ਹਾਲੇ ਤੱਕ ਕਿਸੇ ਮਿਲਣ ਤੱਕ ਵੀ ਨਹੀਂ ਆਏ। ਹੋਰ ਵੀ ਜਿਹੜੇ ਆਗੂ ਨੇ, ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਉਹ ਵੀ ਨਹੀਂ ਆਏ। ਕੀ ਤੁਹਾਡੇ ਨਿੱਜੀ ਰਾਏ ਕੀ ਹੈਗੀ ਇਸ ਮਾਮਲੇ ਦੇ ਵਿੱਚ? ਕੀ ਉਹਨਾਂ ਨੂੰ ਆਉਣਾ ਚਾਹੀਦਾ ਇੱਥੇ ਕਿ ਨਹੀਂ ਆਉਣਾ ਚਾਹੀਦਾ? ਦੇਖੋ, ਸੰਗਠਨਾਂ ਦਾ ਫੈਸਲਾ ਨਹੀਂ ਆਉਣਾ ਚਾਹੀਦਾ, ਸਾਡੀ ਤਾਂ ਹੈਗੀ ਆ। ਬਾਕੀ ਉਹ ਗਾਜੀਪੁਰ ਗਏ ਨੇ ਤਾਂ ਟਕੈਤ ਸਾਹਿਬ ਵਧੀਆ ਜਵਾਬ ਦੇ ਸਕਦੇ ਨੇ। ਚਲੋ, ਫੈਸਲਾ ਉਹਨਾਂ ਦਾ ਆਪਣੇ ਪੱਧਰ ਦਾ ਫੈਸਲਾ ਹੋਊਗਾ, ਪਰ ਪੰਜਾਬ ਵਾਲੀਆਂ ਸਾਰੀਆਂ ਤਰ੍ਹਾਂ ਦਾ ਵਧੀਆ ਫੈਸਲਾ। ਅਸਲ ਵਿੱਚ ਡਿਵਾਈਡ ਹੋ ਜਾਂਦੇ ਆ ਜੇ ਅਸੀਂ ਇਹੋ ਜਿਹਾ ਕੰਮ ਕਰਦੇ ਹਾਂ, ਤੇ ਕਿਸੇ ਨੂੰ ਲਾਹਾ ਦੇਣ ਵਾਲੀ ਗੱਲ ਆ, ਕਿਸੇ ਦਾ ਵਿਰੋਧ ਕਰਨ ਵਾਲੀ ਗੱਲ ਆ। ਤਾਂ ਇੱਥੇ ਅਕਾਲੀ ਵੀ ਨੇ ਲੋਕ, ਕਾਂਗਰਸੀ ਵੀ ਨੇ, ਆਪ ਵਾਲੇ ਵੀ ਨੇ। ਤਾਂ ਹੁਣ ਉਹ ਸਾਰੀਆਂ ਪਾਰਟੀਆਂ ਦੇ ਉੱਪਰ ਉੱਠ ਕੇ ਅਜੇ ਕਿਸਾਨ ਮਜ਼ਦੂਰ ਲੜ ਰਹੇ ਨੇ, ਤੇ ਸਾਨੂੰ ਲੱਗਦਾ ਇਹੀ ਪੈਟਰਨ ਵਧੀਆ ਵਾ। ਪਰ ਇਸ ਵਿਚਾਲੇ ਜਿਹੜੇ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਤੇ ਪੰਚਾਇਤੀ ਚੋਣਾਂ, ਨਗਰ ਨਿਗਮ ਦੀਆਂ ਚੋਣਾਂ ਤੇ ਹੋ ਰਹੀਆਂ ਨੇ, ਤੇ ਉਹਦੇ ਵਿੱਚ ਬੀਜੇਪੀ ਦੇ ਲੀਡਰਾਂ ਦਾ ਘਰੋਂ ਬਾਹਰ ਨਿਕਲਣਾ ਬੜਾ ਔਖਾ ਹੋਇਆ ਪਿਆ। ਨਿਕਲ ਨਹੀਂ ਦੇ ਰਹੇ ਕਿਸਾਨ ਉਹਨਾਂ ਨੂੰ। ਤੇ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਘੇਰਾਬੰਦੀ ਕੀਤੀ ਹੋਈ ਹੈ ਬੀਜੇਪੀ ਦੀ, ਉਸ ਨੂੰ ਤੁਸੀਂ ਠੀਕ ਮੰਨਦੇ ਹੋ ਜਾਂ ਗਲਤ? ਦੇਖੋ, ਸਾਡੀ ਜਾਤੀ ਥੋੜਾ ਉਹਨਾਂ ਨਾਲ ਕੋਈ ਜਮਾਤੀ ਲੜਾਈ ਆ। ਜਾਤੀ ਲੜਾਈ ਨਹੀਂ ਹੁੰਦੀ, ਜਮਾਤੀ ਲੜਾਈ ਹੁੰਦੀ ਆ। ਵੀ ਉਹ ਭਾਜਪਾ ਪਾਰਟੀ ਆ, ਭਾਜਪਾ ਦੀਆਂ ਨੀਤੀਆਂ ਜਾਂ ਸਰਕਾਰ ਉਹਨਾਂ ਦੀ ਸੱਤਾ 'ਚ, ਉਹ ਸਰਕਾਰ ਦੇ ਕਰਕੇ ਸਾਡੇ ਪੂਰੇ ਖੇਤੀ ਦਾ ਉਜਾੜਾ ਹੋਣਾ। ਇਸ ਕਰਕੇ ਅਸੀਂ ਲੋਕਤੰਤਰ ਵਿੱਚ ਉਹਨਾਂ ਦਾ ਵਿਰੋਧ ਕਰਦੇ ਹਾਂ। ਵਿਅਕਤੀਗਤ ਵਿਰੋਧ ਨਹੀਂ ਹੈਗਾ, ਠੀਕ ਹੈ। ਉਹ ਪੰਜਾਬੀ ਨੇ ਆਪਣਾ ਕੰਮ ਕਰਨ, ਧੰਦਾ ਕਰਨ। ਅਸੀਂ ਸਿਆਸੀ ਤੌਰ 'ਤੇ, ਕਿਉਂਕਿ ਉਹ ਇਲੈਕਸ਼ਨ ਲੜ ਰਹੇ ਨੇ, ਇਲੈਕਸ਼ਨ ਦੇ ਵਿੱਚ ਵੀ ਜਨਤਾ ਵਿਰੋਧ ਕਰਦੀ ਆ, ਸੋ ਉਹਦੇ ਵਿੱਚ ਬਾਹਰ ਅੰਦਰ ਵੀ ਵਿਰੋਧ ਕਰਦੀ ਆ। ਜੇ ਕੋਈ ਕੱਲ੍ਹ ਨੂੰ ਅਸਤੀਫਾ ਦੇ ਦੇ, ਸੋ ਉਹਦੇ ਨਾਲ ਸਾਡਾ ਕੀ ਹੋਊਗਾ? ਬਥੇਰਿਆਂ ਬੰਦਿਆਂ ਨੇ ਭਾਜਪਾ ਛੱਡ ਦਿੱਤੀ ਹੈ, ਤੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਜ਼ਮੀਰ ਦੀ ਆਵਾਜ਼ ਸੁਣੋ, ਤੁਸੀਂ ਪੰਜਾਬੀ, ਤੁਸੀਂ ਪੰਜਾਬ ਨਾਲ ਖੜੋ। ਤੁਹਾਨੂੰ ਪੰਜਾਬ ਨਾਲ ਖੜਨਾ, ਤੁਸੀਂ ਭਾਜਪਾ ਨਾਲ ਕਿਉਂ ਖੜਦੇ ਹੋ? ਠੀਕ ਹੈ ਜੀ। ਹਾਂ, ਕੱਲ੍ਹ ਨੂੰ ਉਹ ਬਿੱਲ ਵਾਪਸ ਕਰਾ ਦੇਣ ਇੱਥੋਂ, ਸਾਡੇ ਲੋ ਜੋ ਮਰਜ਼ੀ ਕਰਨ। ਅਸੀਂ ਤਾਂ ਵਿਚਕਾਰਲਾ ਰਾਹ ਦਿੱਤਾ ਹੀ ਸੀਗਾ ਵੀ ਬਿੱਲ ਵਾਪਸ ਲੈ ਜਾਓ, ਦੇਸ਼ ਨੂੰ ਸਮਝਾ ਲਓ। ਥੋੜਾ ਮਸਲਾ ਹੁਣ ਤਾਂ ਤੁਸੀਂ ਪਿੰਡਾਂ ਜਾਣ 'ਚ ਕੋਈ ਵੜ ਨਹੀਂ ਦਿੰਦਾ, ਤੁਸੀਂ ਮੁੜ ਕੇ ਖੁੱਲ੍ਹ ਕੇ ਪਿੰਡ 'ਚ ਜਾਇਓ ਤੇ ਸਮਝਾ ਲਿਓ। ਜਦੋਂ ਸਾਰਾ ਮੁਲਕ ਸਮਝੂਗਾ ਫਿਰ ਬਿੱਲ ਲੈ ਆਇਓ। ਹੁੰਦਾ ਸੀ ਵੀ ਬਿੱਲ ਵਾਪਸ ਲੈ ਜਾਓ। ਉਹਨਾਂ ਨੂੰ ਮੇਰੇ ਖਿਆਲ ਇਹ ਵੀ ਨਹੀਂ ਵਾਰਾ ਖਾਂਦਾ। ਲੇਕਿਨ ਜਿਹੜੇ ਪੰਜਾਬ ਦੇ ਨਾਲ ਖੜੇ ਨੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ, ਤੁਸੀਂ ਦਿੱਲੀ ਚੱਲੋ, ਮੈਂ ਤੁਹਾਡੇ ਨਾਲ ਆ। ਪੰਜਾਬ ਆਪਾਂ ਕਾਹਨੂੰ ਇੱਥੇ ਜਾਮ ਕਰਨਾ, ਇੱਥੇ ਕਾਹਨੂੰ ਚੱਕੇ ਜਾਮ ਕੀਤੇ ਨੇ, ਤੁਸੀਂ ਤਾਂ ਸਾਰੇ ਦਿੱਲੀ ਆ ਗਏ। ਪਰ ਉਹ ਪੰਜਾਬ ਹੀ ਹਾਲੇ ਉੱਤੇ, ਉਸ ਤੋਂ ਬਾਅਦ ਸ਼ੰਭੂ ਬਾਰਡਰ ਦੇ ਵਿੱਚ ਵੀ ਧਰਨਾ ਦਿੱਤਾ ਗਿਆ। ਕਿਵੇਂ ਦੇਖਦੇ ਹੋ ਕਿ ਕਾਂਗਰਸ ਵੀ ਇਸ ਮੁੱਦੇ ਉੱਤੇ ਪੰਜਾਬ ਦੇ ਵਿੱਚ ਰਾਜਨੀਤੀ ਖੇਡ ਰਹੀ ਹੈ? ਮੈਂ ਕਹਿੰਦਾ ਸਾਰੀ ਸਿਆਸੀ ਪਾਰਟੀਆਂ, ਮੈਂ ਰਿਪੀਟਿੰਗ ਹੋ ਰਿਹਾ ਸਵਾਲ, ਸਾਰੀਆਂ ਸਿਆਸੀ ਪਾਰਟੀਆਂ ਜਦੋਂ ਐਡਾ ਵੱਡਾ ਅੰਦੋਲਨ ਆ, ਅੰਦੋਲਨ ਦੇ ਵਿੱਚ ਹਰ ਪਾਰਟੀ ਆਪ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਵੀ ਐਡੇ ਵੱਡੇ ਅੰਦੋਲਨ 'ਚ ਅਸੀਂ ਇਹ ਜਚਾਉਣ ਦਾ ਯਤਨ ਕਰੀਏ ਵੀ ਅਸੀਂ ਬਹੁਤ ਤੁਹਾਡੇ ਸੁਹਿਰਦ ਹਾਂ, ਬਹੁਤ ਤੁਹਾਡੇ ਨੇੜੇ ਆ, ਤੁਹਾਡੇ ਦਿਲੋਂ ਲੜ ਰਹੇ ਆ। ਇਹ ਤਾਂ ਪਹਿਲੇ ਦਿਨ ਤੋਂ ਪੈਟਰਨ ਹੁੰਦਾ ਵਾ, ਪਰ ਅਸਲ ਵਿੱਚੋਂ ਨੀਤੀਆਂ ਤਾਂ ਇੱਕ ਹੀ ਹੈ ਨਾ। ਹੁਣ ਜਿਹੜੀ ਉਹਨਾਂ ਦੀ ਡਾਕਟਰ ਆਹਲੂਵਾਲੀਆ ਦੀ ਕਮੇਟੀ ਦੀ ਰਿਪੋਰਟ ਆ, ਉਹ ਪੰਜਾਬ ਪੂਰਾ ਨਿੱਜੀਕਰਨ ਦੀ ਰਿਪੋਰਟ ਆ। ਉਹ ਪੁਲਿਸ ਤੱਕ ਦੀ ਭਰਤੀ ਨੂੰ ਘਟਾਉਣ ਦੀ ਗੱਲ ਕਰਦੀ ਹੈ। ਅਜੇ ਤੱਕ ਉਹਨੂੰ ਰੱਦ ਨਹੀਂ ਕੀਤਾ ਗਿਆ ਸਾਡੇ ਨਾਲ ਮੀਟਿੰਗਾਂ 'ਚ ਵੀ। ਤਾਂ ਜਿਹੜੇ ਪੰਜਾਬ ਦੇ ਬਥੇਰੇ ਮੁੱਦੇ ਸੀ ਕਿ ਭਾਵੇਂ ਇਸ ਵੇਲੇ ਮੋਦੀ ਨਾਲ ਟੱਕਰਿਆ ਸੀ, ਪੰਜਾਬ ਵਾਲੀ ਗੱਲ ਨੂੰ 2 ਨੰਬਰ 'ਤੇ ਛੱਡਤਾ ਵੀ ਚੱਲੇ ਬਾਅਦ 'ਚ ਦੇਖ ਲਾਂਗੇ ਐਲੇ, ਕਿਉਂਕਿ ਵੱਡਾ ਮਸਲਾ ਵਾ। ਜੇ ਖੇਤੀ ਨਾ ਰਹੀ ਤੇ ਬਾਕੀ ਗੱਲਾਂ, ਪੰਜਾਬ ਦੇ ਕਰਜ਼ੇ ਦਾ ਸਵਾਲ ਹੈ, ਬਥੇਰੀਆਂ ਮੰਗਾਂ ਸਾਡੇ ਸਾਹਮਣੇ ਖੜੀਆਂ। ਬੰਦੇ ਸਾਹਿਬ, ਹੁਣ ਤੱਕ ਦੇ ਜਿਹੜੇ ਵੀ ਫੈਸਲੇ ਲਏ ਨੇ ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਵਿੱਚੋਂ ਕਿਹੜਾ ਵੱਡਾ ਫੈਸਲਾ ਮੰਨਦੇ ਹੋ ਜਿਸ ਨੇ ਵਾਕਈ ਸਰਕਾਰ ਨੂੰ ਚੋਭ ਲਾਈ ਹੋਵੇ? ਦੇਖੋ ਸਵਾਲ ਤਾਂ ਇਹ ਸੀ ਵੀ ਜਨਤਾ ਦੀ ਗੱਲ ਮੈਂ ਸਮਝਦਾ ਵੀ ਜਦੋਂ ਜਨਤਾ ਨੇ ਫੈਸਲਾ ਕਰ ਲਿਆ, ਪੂਰੇ ਦੇਸ਼ ਦੀ ਜਨਤਾ ਹੁਣ ਇਨਵੋਲਵ ਹੋ ਰਹੀ ਹੈ
ਵੀ ਅਸੀਂ ਆਹ ਮਸਲੇ ਤੇ ਖੇਤੀ ਕਾਨੂੰਨਾਂ ਵਾਲੇ ਮਸਲੇ ਤੇ ਅਸੀਂ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕਰਨਾ, ਇਹਦੇ ਤੇ ਕੋਈ ਸਮਝੌਤਾ ਨਹੀਂ, ਖੇਤੀ ਦੇ ਬਿੱਲ ਰੱਦ ਕਰਾਉਣੇ ਆ। ਇਹ ਹੁੰਦਾ ਜਿਹੜਾ ਖੋਈ ਚੀਜ਼ ਆ ਉਹਨੂੰ ਦੇਣ ਨਹੀਂ ਦੇਣਾ। ਇੱਕ ਹੁੰਦਾ ਵੀ ਸਾਡੀ ਲੰਮੇ ਸਮੇਂ ਦੀ ਮੰਗ ਆ ਵੀ ਖੇਤੀ ਕਾਨੂੰਨਾਂ ਤੇ ਬਿੱਲ ਲੈ ਕੇ ਆਓ, ਖੇਤੀ ਗਰੰਟੀ ਵਾਲਾ। ਮੈਨੂੰ ਲੱਗਦਾ ਇਹ ਫੈਸਲਾ ਸਭ ਤੋਂ ਵਧੀਆ ਫੈਸਲਾ ਸੀ ਵੀ ਲੋਕਾਂ ਨੇ ਮਨ ਬਣਾਇਆ ਤੇ ਲੋਕਾਂ ਦੇ ਮਨਾਂ ਦੀ ਅਕਾਸੀ ਕਰਦੇ, ਆਗੂ ਕਦਰ ਕਰਦੇ ਨੇ ਲੋਕਾਂ ਦੀ। ਲੱਗਦਾ ਹੈ ਕਿ ਇਸੇ ਕਰਕੇ ਜਿਵੇਂ ਤੁਸੀਂ ਲੋਕਾਂ ਦੇ ਮਾਈਂਡ ਸੈੱਟ ਕਰ ਦਿੱਤੇ ਨੇ, ਕਿਸਾਨਾਂ ਦੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਫਿੱਟ ਕਰਤਾ ਹੈ ਕਿ ਤਿੰਨੇ ਖੇਤੀ ਕਾਨੂੰਨ ਅਸੀਂ ਰੱਦ ਕਰਵਾ ਕੇ ਹੀ ਵਾਪਸ ਮੁੜਾਂਗੇ, ਕਿ ਵੱਡਾ ਕਾਰਨ ਮੰਨਦੇ ਹੋ ਇਸ ਕਰਕੇ ਵੀ ਵਿੱਚ ਦਾ ਕੋਈ ਰਾਹ ਨਹੀਂ ਨਿਕਲ ਰਿਹਾ? ਤੇ ਵਿੱਚ ਦਾ ਰਾਹ ਬਣਦਾ ਹੀ ਨਹੀਂ ਸੀ ਨਾ। ਵਿੱਚ ਦਾ ਰਾਹ ਕੋਈ ਆਗੂਆਂ ਨੂੰ ਠੀਕ ਹੁੰਦਾ, ਲੋਕ ਸਾਡਾ ਮੰਨ ਲੈਣਗੇ। ਹੁਣ ਵਿੱਚ ਦਾ ਰਾਹ ਆਪਾਂ ਕਿਵੇਂ ਉਹਨਾਂ ਨੂੰ ਕਹੀਏ ਵੀ ਹੁਣ ਕਿਲੋ ਜ਼ਹਿਰ ਆ ਤੇ ਚੱਲ 100 ਗ੍ਰਾਮ ਦਿੰਦੇ, 100 ਗ੍ਰਾਮ ਖਾ ਲਓ, ਜ਼ਹਿਰ ਤਾਂ ਜ਼ਹਿਰ ਆ, ਉਹਨੂੰ ਕਿਵੇਂ ਮੰਨਾਂਗੇ? ਵਿੱਚ ਵਾਲਾ ਰਾਹ ਕੋਈ ਹੈ ਹੀ ਨਹੀਂ ਸੀ। ਇਸ ਕਰਕੇ ਕਿਹਾ ਵੀ ਇੱਥੇ ਤੇ ਇਸ ਗੱਲ ਤੇ ਖੜਾ ਰਹਿਣਾ ਚਾਹੀਦਾ, ਕਿਉਂਕਿ ਇਹ ਖੇਤੀ ਸੈਕਟਰ ਦੀ ਹੋਂਦ ਦਾ ਸਵਾਲ ਆ। ਸੋ ਇਹ ਲੜਾਈ ਇੱਕ ਵਾਰੀ ਜਿੱਤ ਲਈ, ਭਾਵੇਂ ਖੇਤੀ ਦੀਆਂ ਸਮੱਸਿਆ ਨਹੀਂ ਖਤਮ ਹੋਣੀਆਂ, ਘੱਟੋ ਘੱਟ ਹੋਂਦ ਦੀ ਲੜਾਈ ਤੇ ਬਚਾ ਲਾਂਗੇ ਆਪਾਂ। ਨਹੀਂ, ਇਹ ਹੁਣ ਦਾ ਸਵਾਲ ਹੈ ਕਿ ਹੁਣ ਅਣਖ ਦਾ ਸਵਾਲ ਬਣ ਚੁੱਕਿਆ ਹੈ ਕਿ ਜਦੋਂ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਤੁਹਾਨੂੰ ਕਿ ਜੋ ਕੁਝ ਤੁਸੀਂ ਚੇਂਜ ਕਰਵਾਉਣਾ ਦੱਸੋ, ਅਸੀਂ ਵਿੱਚ ਬਦਲਾਅ ਕਰ ਦਿੰਦੇ ਹਾਂ, ਸੋਧਾ ਕਰ ਦਿੰਦੇ ਹਾਂ, ਸੋਧਾਂ ਹੋ ਜਾਣਗੀਆਂ, ਤੇ ਸੋਧਾਂ ਲਈ ਉਹ ਰਾਜੀ ਵੀ ਹੋ ਗਏ ਨੇ, ਫਿਰ ਸੋਧਾਂ ਹੋ ਕੇ ਤੁਸੀਂ ਲਾਗੂ ਕਿਉਂ ਨਹੀਂ ਕਰਵਾਉਣ ਤਿਆਰ ਇਹ ਬਿੱਲ? ਨਹੀਂ, ਸਵਾਲ ਤਾਂ ਮਨਸ਼ਾ ਕੀ ਹੈ ਸਰਕਾਰ ਦੀ। ਦੇਖੋ ਮਨਸ਼ਾ ਦੇਖੋ, ਤੁਸੀਂ ਆਂਦੇ ਡੱਬਾ ਹੀ ਰਹਿ ਗਿਆ, ਡੱਬਾ ਕਿਉਂ ਰੱਖਿਆ ਜਾ ਰਿਹਾ? ਇਹ ਤਾਂ ਕੇਂਦਰ ਦੱਸੇ ਨਾ ਵੀ ਮਨਸ਼ਾ ਕੀ ਤੁਹਾਡੀ, ਵੀ ਬਾਅਦ ਵਿੱਚ ਉਹ ਡੱਬੇ ਵਿੱਚ ਚੀਜ਼ਾਂ ਪਾਉਣੀਆਂ ਸੌਖੀਆਂ ਹੁੰਦੀਆਂ ਓਵਰਨਾਈਟ। ਇਹ ਅੰਦੋਲਨ ਨਾ ਤਾਂ ਰੋਜ਼ ਲੜੇ ਜਾਣੇ ਆ, ਨਾ ਇਹ ਰੋਜ਼ ਪਣਪਣੇ ਆ। ਤੁਸੀਂ ਇੱਕ ਵਾਰੀ ਲੋਕਾਂ ਦਾ ਭਰੋਸਾ ਖੋ ਜਾਓਗੇ ਤਾਂ ਤੁਸੀਂ ਦੋਹਰੇ ਅੰਦੋਲਨ ਬਿਲਡ ਨਹੀਂ ਕਰ ਸਕਦੇ। ਇਸ ਕਰਕੇ ਇਸ ਅੰਦੋਲਨ ਦਾ ਇਨਸਾਫ ਨਹੀਂ ਕਰ ਸਕਦੇ ਜੇ ਤੁਸੀਂ ਉੱਤੇ ਕੋਈ ਸਮਝੌਤਾ ਕਰਦੇ ਹੋ। ਤੁਹਾਨੂੰ ਹੂ ਬਹੂ ਉਹਦੇ ਤੇ ਖੜਾ ਰਹਿ ਕੇ ਅੰਦੋਲਨ ਦੀ ਤਾਕਤ ਨਾਲ ਇਹ ਗੱਲ ਬਿੱਲ ਰੱਦ ਕਰਾਉਣੇ ਚਾਹੀਦੇ ਆ। ਪੰਦੇਰ ਸਾਹਿਬ, ਪਰ ਇਹ ਵੀ ਤਾਂ ਹੈ, ਜੇ ਸਰਕਾਰ ਤੁਹਾਨੂੰ ਕਹਿੰਦੀ ਹੈ ਕਿ ਤੁਹਾਡੀ ਵੀ ਅਣਖ ਦਾ ਸਵਾਲ ਹੈ, ਸਾਡੀ ਵੀ ਅਣਖ ਦਾ ਸਵਾਲ ਹੈ, ਤੁਹਾਡੀ ਵੀ ਇੱਜ਼ਤ ਰਹਿ ਜਾਊਗੀ, ਸਾਡੀ ਵੀ ਰਹਿ ਜਾਊਗੀ, ਤੇ ਜੋ ਕਿ ਹੁਣ ਸਰਕਾਰ ਜੇ ਫੈਸਲਾ ਲੈਂਦੀ ਹੈ ਵਾਪਸ ਕਰਨ ਦਾ, ਤੇ ਇਹ ਵੀ ਤਾਂ ਮੈਸੇਜ ਜਾਂਦਾ ਹੈ ਕਿ ਸਰਕਾਰ ਪਹਿਲਾਂ ਕਦੇ ਝੁਕੀ ਨਹੀਂ ਸੀ, ਅੱਜ ਅੱਗੇ ਝੁਕ ਗਈ ਹੈ ਸਰਕਾਰ ਦੇ, ਪੂਰੇ ਦੇਸ਼ ਦੇ ਵਿੱਚ ਮੈਸੇਜ ਆਉਂਦਾ। ਤੁਹਾਨੂੰ ਲੱਗਦਾ ਕਿ ਵਾਕਈ ਕੇਂਦਰ ਸਰਕਾਰ ਨੂੰ ਅੰਦਰੋਂ ਇਹ ਡਰ ਖਾ ਰਿਹਾ? ਮੈਨੂੰ ਲੱਗਦਾ ਇਹੀ ਸਰਕਾਰ ਦੀ ਅਪਵਿੱਤਰਤਾ ਵਾ, ਜਿਵੇਂ ਕਹਿੰਦੇ ਮਤਲਬ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਕਿਉਂ ਜਿੱਦ ਕਰੇ, ਸਰਕਾਰ ਕਿਉਂ ਅਣਖ ਦਾ ਸਵਾਲ ਬਣਾਵੇ? ਸਗੋਂ ਜਦੋਂ ਤੁਸੀਂ ਲੋਕਾਂ ਦੀ ਗੱਲ ਦੇ ਅਨੁਸਾਰ ਫੈਸਲਾ ਕਰਦੇ ਹੋ, ਤੁਹਾਡੀ ਐਪਰੀਸ਼ੀਏਟ ਹੋਊਗੀ। ਤੁਸੀਂ ਇਹ ਕਿਵੇਂ ਸਮਝਦੇ ਕੋਈ ਅਣਖ ਦਾ ਸਵਾਲ ਹੈ? ਲੋਕ ਤਾਂ ਵਾਹ ਕਰਨਗੇ, ਤੁਹਾਡੀ ਰਹਿ ਵੀ ਰਹਿ ਜੂ, ਨਾਲੇ ਭਾਰਤ ਦੇ ਲੋਕਤੰਤਰ ਦਾ ਮਾਣ ਉੱਤੇ ਵਧੂਗਾ। ਅਸੀਂ ਲੋਕਾਂ ਦੇ ਹਿਸਾਬ ਨਾਲ ਫੈਸਲਾ ਕਰ ਲਿਆ, ਠੀਕ ਹੈ ਜੀ। ਇਹ ਕੋਈ ਅਣਖ ਦਾ ਸਵਾਲ ਨਹੀਂ, ਸਰਕਾਰ ਕੋਈ ਅਣਖ ਦਾ ਸਵਾਲ ਬਣਾਏ, ਉਹਨਾਂ ਦੇ ਲੋਕ ਨੇ, ਅਸੀਂ ਸਰਕਾਰ ਚੁਣੀ ਹੈ। ਸਾਡੀ ਗੱਲ ਨਾ ਮੰਨ ਲੂਗੀ ਤਾਂ ਉਹਦਾ ਕੱਦ ਵੱਡਾ ਹੋਊਗਾ। ਪੰਦੇਰ ਸਾਹਿਬ, ਕਿਉਂਕਿ ਹੁਣ ਗੱਲਬਾਤ ਕਦੋਂ ਸ਼ੁਰੂ ਹੋਏਗੀ, ਕਿਵੇਂ ਸ਼ੁਰੂ ਹੋਏਗੀ, ਇਹ ਅੱਜ ਸਵਾਲ ਹਰ ਪਾਸੇ ਗੂੰਜ ਰਿਹਾ ਹੈਗਾ। ਹਰ ਵੇਲੇ ਤਾਂ ਫੋਨ ਵਾਰ-ਵਾਰ ਮੈਨੂੰ ਲੱਗਦਾ ਕੇਂਦਰ ਸਰਕਾਰ ਵਾਲੇ ਵੀ ਦੇਖਦੇ ਹੋਣੇ, ਉਹਨਾਂ ਦੀ ਬਿਊਰੋਕ੍ਰੇਸੀ ਵੀ ਦੇਖਦੀ ਹੋਣੀ ਹੈ। ਸ਼ਾਇਦ ਕੋਈ ਕਿਸਾਨਾਂ ਵੱਲੋਂ ਫੋਨ ਆ ਜਾਏ ਕਿ ਅਸੀਂ ਆ ਰਹੇ ਹਾਂ, ਤੇ ਤੁਸੀਂ ਕਿਵੇਂ ਦੱਸੋਗੇ ਉਹਨਾਂ ਨੂੰ ਕਿ ਤੁਸੀਂ ਕਿਵੇਂ ਆ ਸਕਦੇ ਹੋ, ਕੀ ਤੁਸੀਂ ਆਪਦੀ ਮੰਗ ਰੱਖਦੇ ਆਉਣ ਲਈ? ਇਹ ਤਾਂ ਗੱਲਾਂ ਵਿੱਚ ਵਿਚਾਲਿਆ ਵੀ ਹਾਲੇ ਸਰਕਾਰ ਮੀਟਿੰਗ ਨਹੀਂ ਸੱਦਣਾ ਚਾਹੁੰਦੀ, ਉਹ ਲੰਮਾ ਖਿੱਚਣਾ ਚਾਹੁੰਦੀ ਹੈ। ਜਦੋਂ ਵੀ ਮੀਟਿੰਗ ਸੱਦਦੀ ਰਹੀ ਸਰਕਾਰ ਵਿੱਚ ਡੈਡਲੌਕ ਤੋਂ ਬਾਅਦ, ਤੇ ਇਹ ਮੀਡੀਆ 'ਚ ਪਹਿਲਾਂ 10-15 ਦਿਨ ਐਂ ਹੀ ਚੱਲਦਾ ਰਹਿੰਦਾ, ਠੀਕ ਹੈ ਜੀ। ਪਹਿਲਾਂ ਚਿੱਠੀਆਂ ਚੱਲਦੀਆਂ ਰਹੀਆਂ, ਤੋਂ ਪਹਿਲਾਂ ਤਾਂ ਇਹ ਚੱਲਦਾ ਹੁੰਦਾ, ਤੇ ਉਹ ਮੁੜ ਕੇ 10-20 ਮਿੰਟ ਜਦੋਂ ਉਹਨਾਂ ਦਾ ਮਨ ਕਰਦਾ, ਇਹਦਾ ਗੱਲ ਤਾਂ ਸਹੀ ਜਵਾਬ ਤਾਂ ਸਰਕਾਰ ਦੇਊਗੀ, ਫਿਰ ਉਹਨੇ ਕਦੋਂ ਗੱਲ ਕਰਨੀ ਹੈ? ਸਾਡੇ ਵਾਸਤੇ ਹੈ ਨਹੀਂਗਾ। ਫਰਿਆਦੀ ਤਾਂ ਫਰਿਆਦੀ ਆ, ਦਰ ਤੇ ਖਲੋਤੇ ਆ, ਫਰਿਆਦ ਕਰ ਰਹੇ ਆ, ਰਾਜੇ ਦੀ ਮਰਜ਼ੀ ਆ, ਫਰਿਆਦ ਸੁਣਦਾ ਕਿ ਨਹੀਂ ਸੁਣਦਾ, ਤੇ ਫਰਿਆਦ ਕਰੀ ਜਾਵਾਂਗੇ। ਨਹੀਂ, ਫਰਿਆਦ ਤਾਂ ਕਰੀ ਜਾਵਾਂਗੇ, ਪਰ ਗੱਲਬਾਤ ਅੱਗੋਂ ਜੇ ਆਪਾਂ ਸ਼ੁਰੂ ਕਰਨੀ ਹੋਵੇ ਤਾਂ ਕੋਈ ਤਾਂ ਗੱਲ ਕਿਸਾਨ ਜਥੇਬੰਦੀਆਂ ਆਖ ਸਕਦੀਆਂ ਨੇ ਕਿ ਆਹ ਚੀਜ਼ ਤੇ ਤੁਸੀਂ ਆਓ, ਕਿਉਂਕਿ ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਨਵਾਂ ਪ੍ਰਸਤਾਵ ਤੁਸੀਂ ਲਿਆਓ, ਅਸੀਂ ਉਸ ਉੱਤੇ ਵਿਚਾਰ ਕਰ ਲੈਂਦੇ ਹਾਂ। ਕੋਈ ਨਵਾਂ ਪ੍ਰਸਤਾਵ ਤੁਸੀਂ ਕੋਈ ਵਿਚਾਰ ਕੀਤਾ? ਨਹੀਂ, ਨਵੇਂ ਪ੍ਰਸਤਾਵ ਦਾ ਇਹ ਥੋੜਾ ਮਤਲਬ ਹੈ ਤੁਸੀਂ ਬਿੱਲ ਰੱਦ ਕਰਨ ਵਾਲੀ ਗੱਲ ਤੋਂ ਪਿੱਛੇ ਹਟ ਜਾਓ। ਨਵੇਂ ਪ੍ਰਸਤਾਵ ਦਾ ਤਾਂ ਇਹੀ ਮਤਲਬ ਹੈ। ਸੋ ਪ੍ਰਸਤਾਵ ਸਾਫ਼ ਹੀ ਆ ਵੀ ਬਿੱਲ ਰੱਦ ਕਰੋ, ਨਵਾਂ ਉਹਦੇ 'ਚ ਕੀ ਹੈਗਾ? ਇਹ ਸਰਕਾਰ ਵੇਖੇ ਉਹਨੇ ਕਿਵੇਂ ਹੱਲ ਕਰਨਾ, ਕੀ ਉਹਦੇ ਕੋਲ ਠੋਸ ਤਜਵੀਜ਼ ਹੈ, ਤਾਂ ਸਰਕਾਰ ਦੱਸਦੀ ਹੁੰਦੀ ਹੈ ਵੀ ਆਹ ਤਜਵੀਜ਼ ਹੈ, ਉੱਤੇ ਵਿਚਾਰ ਕਰਾਂਗੇ। ਗੱਲਬਾਤ ਤੋਂ ਪਹਿਲਾਂ ਅਸੀਂ ਸਾਫ਼ ਕਹਿੰਦੇ ਗੱਲਬਾਤ ਦਾ ਮਾਹੌਲ ਪੈਦਾ ਕਰ ਲਓ। ਜਿਹੜੇ ਆਪਣਾ ਕਿਸਾਨ ਤੁਸੀਂ ਫੜੇ ਆ ਬੇਦੋਸ਼ੀ, ਉਹਨਾਂ ਨੂੰ ਛੱਡ ਦਿਓ। ਇਹ ਸੋਭਣ ਇਹ ਕੜੱਤਣ ਵਿੱਚ ਕੋਈ ਸਿਰੇ ਨਹੀਂ ਲੱਗੂਗੀ ਗੱਲ। ਹੁਣ ਤੱਕ ਜਿਹੜੇ ਵੀ ਤੁਸੀਂ ਕੈਬਨਿਟ ਮੰਤਰੀਆਂ ਨਾਲ, ਵਜ਼ੀਰਾਂ ਨਾਲ ਗੱਲਬਾਤ ਕਰਕੇ ਆਏ ਹੋ ਤੇ ਮਸਲਾ ਹੱਲ ਨਹੀਂ ਹੋਇਆ, ਜੇ ਅੱਗੋਂ ਵੀ ਗੱਲਬਾਤ ਸ਼ੁਰੂ ਹੁੰਦੀ ਹੈ, ਕੀ ਤੁਸੀਂ ਇਹ ਮੰਗ ਰੱਖਦੇ ਹੋ ਜਾਂ ਤੁਹਾਨੂੰ ਇਹ ਉਮੀਦ ਹੈਗੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਰਾਜਨਾਥ ਸਿੰਘ ਵਰਗੇ ਸੀਨੀਅਰ ਆਗੂ ਨੂੰ ਉਸ ਮੀਟਿੰਗ ਦੇ ਵਿੱਚ ਬੈਠਣਾ ਚਾਹੀਦਾ ਤਾਂ ਜੋ ਮਸਲਾ ਕਿਸੇ ਪਾਸੇ ਲੱਗ ਸਕੇ? ਸਾਬਕਾ ਖੇਤੀ ਮੰਤਰੀ ਵੀ ਰਹਿ ਚੁੱਕੇ ਨੇ ਰਾਜਨਾਥ ਸਿੰਘ, ਤੇ ਖਾਸ ਤੌਰ ਤੇ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਖੇਤੀ ਸੌਂਪਣ ਦੇ ਵਿਰੁੱਧ ਵੀ ਰਹੇ ਨੇ। ਮੈਨੂੰ ਲੱਗਦਾ ਪ੍ਰਧਾਨ ਮੰਤਰੀ ਜੀ ਨੂੰ ਬਹਿਣਾ ਚਾਹੀਦਾ, ਤੇ ਜਿਹਨਾਂ ਕੋਲ ਤਾਕਤ ਆ, ਜਿਹੜੇ ਫੈਸਲਾ ਕਰ ਸਕਦੇ ਆ। ਮੇਰੇ ਖਿਆਲ ਉਹਨਾਂ ਨੂੰ ਪਤਾ ਹੀ ਹੈ ਸਾਰੀ ਗੱਲ, ਹਜੇ ਉਹਨਾਂ ਮਨ ਨਹੀਂ ਬਣਾਇਆ ਲੱਗਦਾ।
ਤਾਂ ਮੈਨੂੰ ਲੱਗਦਾ ਜਿਹੜੇ ਫੈਸਲੇ ਕਰਨ ਵਾਲੇ ਲੋਕ ਨੇ ਉਹ ਬਹਿਣੇ ਚਾਹੀਦੇ ਨੇ। ਚਲੋ ਜਿਹੜੇ ਹਾਂ ਪੱਖੀ ਨੇ ਤੱਥ ਉਹ ਅੱਗੇ ਆਉਣੇ ਚਾਹੀਦੇ ਨੇ। ਕਿਹੜੀ ਗੱਲ ਆ, ਜਿਵੇਂ ਭਾਜਪਾ ਦੇ ਅੰਦਰ ਵੱਡਾ ਵਿਰੋਧ ਆ, ਭਾਵੇਂ ਪ੍ਰਧਾਨ ਮੰਤਰੀ ਜੀ ਦੇ ਖਿਲਾਫ ਕੋਈ ਬੋਲਦਾ ਨਹੀਂ ਹੈ, ਪਰ ਕੋਈ ਵੀ ਭਾਜਪਾ ਦੇ ਅੰਦਰ ਦੇ ਲੋਕ ਤਾਂ ਨਹੀਂ ਚਾਹੁੰਦੇ ਵੀ ਸਿਆਸੀ ਤੌਰ ਤੇ ਅਸੀਂ ਭਾਰਤ ਦੇ ਨਕਸ਼ੇ ਤੋਂ ਗਾਇਬ ਹੋ ਜਾਈਏ, ਕਾਂਗਰਸ ਵਾਂਗ ਮੁੜ ਕੇ ਸਾਨੂੰ ਲੜਕੜੀਆਂ ਲੋਕਾਂ ਦੀਆਂ ਲੈਣੀਆਂ ਪੈਣ। ਇਸ ਕਰਕੇ ਅੰਦਰ ਤਾਂ ਉਹਨਾਂ ਦੇ ਵੀ ਸਮੱਸਿਆ ਹੁਣ, ਇਹ ਤਾਂ ਉਹਨਾਂ ਦੇ ਸਿਰ ਤੇ ਆ ਵੀ ਕਦੋਂ ਉਹ ਮਨ ਬਣਾਉਂਦੇ ਨੇ ਵੀ ਕਿਸਾਨਾਂ ਨਾਲ ਬਹਿ ਕੇ ਮਸਲੇ ਹੱਲ ਕਰਦੇ ਨੇ। ਠੀਕ। ਤੇ ਜਿਹੜਾ ਤੁਸੀਂ ਫੈਸਲਾ ਲਿਆ ਸੀਗਾ 26 ਜਨਵਰੀ ਤੇ ਰਿੰਗ ਰੋਡ ਦਾ, ਉਸ ਤੋਂ ਬਾਅਦ ਰਾਤੋਂ ਰਾਤ ਤੁਸੀਂ ਦੇਸ਼ ਦੁਨੀਆ ਵਿੱਚ ਛਾ ਗਏ ਸੀਗੇ, ਹਰ ਕੋਈ ਸਰਚ ਮਾਰ ਰਿਹਾ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬਾਰੇ, ਤੇ ਉਸ ਤੋਂ ਬਾਅਦ ਫੈਸਲੇ ਦੇ ਉੱਤੇ ਕਈਆਂ ਨੇ ਫੁੱਲ ਚੜਾਏ, ਕਈਆਂ ਨੇ ਉਸ ਦਾ ਫੈਸਲੇ ਦਾ ਵਿਰੋਧ ਵੀ ਕੀਤਾ। ਅਗਲਾ ਤੁਸੀਂ ਫੈਸਲਾ ਹੁਣ ਕੀ ਲੈਣ ਜਾ ਰਹੇ ਹੋ, ਕੁਝ ਦੱਸ ਸਕਦੇ ਹੋ? ਨਹੀਂ ਦੇਖੋ, ਸਾਰੀਆਂ ਜਥੇਬੰਦੀਆਂ ਇੱਕ ਮੁੱਠ, ਸਾਰੇ ਕੇਂਦਰ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਲੜ ਰਹੇ ਆ। ਸੋ ਇਹ ਤੋਂ ਗਾਹਾਂ ਜਿਹੜੇ ਫੈਸਲੇ ਹੋਏ ਨੇ ਸਾਂਝੇ ਆਪਣੇ, ਰੇਲ ਰੋਕੋ ਆ ਜਾਂ ਤੁਸੀਂ ਕਹਿ ਤਾਂ ਦਿੰਦੇ ਹੋ ਇੱਕ ਮੁੱਠ ਹੈਗੇ, ਪਰ ਤੁਸੀਂ ਫੈਸਲਾ ਐਨ ਮੌਕੇ ਤੇ ਕੁਝ ਹੋਰ ਹੀ ਲੈਂਦੇ ਹੋ। ਨਾ ਐ ਨਹੀਂ ਹੈਗਾ, ਨਹੀਂ ਐ ਹੀ ਹੋਇਆ 26 ਜਨਵਰੀ ਵਾਲੇ ਦਿਨ, 25 ਤਰੀਕ ਵਾਲੇ ਦਿਨ ਦੀ ਗੱਲ ਕਰੀਏ ਤਾਂ ਐ ਨਹੀਂ ਹੈਗਾ। ਸਵਾਲ ਕਦੇ ਵੀ ਮੁੱਦੇ ਤੇ ਕੋਈ ਰੌਲਾ ਨਹੀਂ ਹੈਗਾ, ਐਕਸ਼ਨ ਤੇ ਕੋਈ ਰੌਲਾ ਨਹੀਂ ਹੈਗਾ। ਕਿਸੇ ਨੂੰ ਲੱਗਦਾ ਵੀ ਐਕਸ਼ਨ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਲੱਗਦਾ ਕਰਨਾ ਚਾਹੀਦਾ। ਇਹ ਆ ਤੇਰੇ ਤੋਂ ਵੀ ਗਾਹਾਂ ਸਾਰਿਆਂ ਨੂੰ ਰਲ ਕੇ ਬਚਣ ਦੀ ਲੋੜ ਹੈ। ਹੁਣ ਕੀ ਐਕਸ਼ਨ ਕਰਨਾ ਚਾਹੀਦਾ ਇਹ ਦੱਸੋ ਤੁਸੀਂ। ਹਾਂ ਠੀਕ ਹੈ, ਰੇਲ ਰੋਕੋ ਆਇਆ ਵਾ, ਬਟ ਵਧੀਆ ਐਕਸ਼ਨ ਹੈ। 4 ਘੰਟੇ ਬੈਠੋਗੇ ਜਾਂ ਪਰਮਾਨੈਂਟ ਬਹਿ ਰਹਿਣਾ? 4 ਘੰਟੇ ਬੈਠਣਗੇ, ਗਾਹਾਂ ਫਿਰ ਸਲਾਹ ਕਰਕੇ ਪਰਮਾਨੈਂਟ ਵੀ ਬਹਿ ਜਾਣਗੇ। ਕਿਉਂਕਿ ਤੁਹਾਡਾ ਡਰ ਜਿਹਾ ਬਣਿਆ ਰਹਿੰਦਾ ਥੋੜਾ। ਨਹੀਂ ਹੈ, ਸਾਡਾ ਜਿਹੜਾ ਪਰਮਾਨੈਂਟ ਚੱਲ ਰਿਹਾ ਪਰਮਾਨੈਂਟ ਹੀ ਚੱਲੂਗਾ। ਜਿਹੜਾ ਸਾਡਾ ਦੇਵੀ ਦਾਸਪੁਰੇ ਜਾਂ ਜੰਡਿਆਲਾ ਗੁਰੂ ਬਹਿ ਰਿਹਾ ਗੈਰੀ ਮੰਡੀ, ਉਹ ਪੱਕਾ ਹੀ ਚੱਲੂਗਾ। ਬਾਕੀ ਥਾਵਾਂ ਤੇ ਜਾਵਾਂਗੇ ਤੇ ਵਾਪਸ ਆਵਾਂਗੇ। ਠੀਕ। ਪੰਦੇਰ ਸਾਹਿਬ, ਅਖੀਰ ਦੇ ਵਿੱਚ ਤੁਸੀਂ ਜਿਹੜੇ ਤੁਹਾਨੂੰ ਲੱਖਾਂ ਹੀ ਕਿਸਾਨ ਸੁਣ ਰਹੇ ਨੇ, ਦਿੱਲੀ ਦੇ ਬਰੂਹਾਂ ਉੱਤੇ ਬੈਠੇ ਨੇ ਜਾਂ ਆਪਣੇ ਘਰਾਂ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ? ਦੇਖੋ, ਭਰੋਸਿਆਂ ਤੇ ਚੱਲਦੇ ਹੁੰਦੇ ਅੰਦੋਲਨ। ਸਰਕਾਰ ਭਰੋਸੇ ਤੋੜਦੀ ਹੁੰਦੀ ਹੈ। ਜੇ ਤੁਸੀਂ ਭਰੋਸਾ ਤੋੜੋਗੇ, ਬੇਵਿਸ਼ਵਾਸੀ ਵਿੱਚ ਆਓਗੇ ਤਾਂ ਅੰਦੋਲਨ ਜਿੱਤਿਆ ਨਹੀਂ ਜਾਂਦਾ। ਭਰੋਸਾ ਉਵੇਂ ਰੱਖ ਕੇ, ਹੁਣ ਤਾਂ ਲੱਖਾਂ ਲੋਕ ਇੱਥੇ ਬੈਠੇ, ਸਰਕਾਰ ਦੇ ਆਈਟੀ ਸੈੱਲ ਬਹੁਤ ਤੇਜ਼ ਨੇ, ਸਾਡੇ ਵਿਰੋਧੀਆਂ ਦੇ ਆਈਟੀ ਸੈੱਲ ਬਹੁਤ ਤੇਜ਼ ਨੇ, ਬਹੁਤ ਕੁਝ ਬੋਲਿਆ ਜਾ ਰਿਹਾ। ਆਪਾਂ ਨੂੰ ਉਧਰ ਕਿਸਾਨ ਅੰਦੋਲਨ ਕੰਸਲਟੇਸ਼ਨ ਕਰਨਾ ਚਾਹੀਦਾ, ਤਾਂ ਆਪਾਂ ਪੱਕਾ ਬਸ ਜਿੱਤ ਕੇ ਜਾਵਾਂਗੇ। ਸਰਕਾਰ ਬੈਕਫੁੱਟ ਤੇ ਆ, ਸਰਕਾਰ ਦਬਾਅ 'ਚ ਆ। ਐ ਨਹੀਂ ਕੋਈ ਪ੍ਰਧਾਨ ਮੰਤਰੀ ਬਿੰਦਾ ਵੀ ਸਾਡੇ ਨਾਲ ਬਹਿ ਕੇ ਗੱਲ ਕਰ ਲਓ। ਉਹ ਬਹਿ ਕੇ ਗੱਲ ਦੇ ਵਿੱਚ ਵੀ ਲੋਕਾਂ ਦੇ ਦਬਾਅ 'ਚੋਂ ਗੱਲ ਜਾਂ ਇੰਟਰਨੈਸ਼ਨਲ ਲੈਵਲ ਤੇ ਦਿਖਾਉਣ ਦਾ ਯਤਨ ਹੋ ਰਿਹਾ ਵੀ ਅਸੀਂ ਗੱਲ ਕਰਕੇ ਨਿਬੇੜ ਲਾਂਗੇ। ਦੀਪ ਸਿੱਧੂ ਬਾਰੇ ਕੀ ਕੁਝ ਕਹਿਣਾ ਚਾਹੁੰਦੇ ਹੋ? ਗ੍ਰਿਫਤਾਰੀ ਹੋਈ ਹੈ ਉਸਦੀ, ਤੇ ਵੱਡੀ ਗਿਣਤੀ ਹੋਈ, ਜਿਹੜੇ ਨੌਜਵਾਨ ਹੈਗੇ ਨੇ ਉਹ ਕਹਿ ਰਹੇ ਨੇ ਕਿ ਦੀਪ ਸਿੱਧੂ ਨੂੰ ਰਿਹਾ ਕਰਨਾ ਚਾਹੀਦਾ, ਪਰ ਇੱਕ ਗਿਣਤੀ ਉਹ ਵੀ ਹੈਗੀ ਹੈ ਨੌਜਵਾਨਾਂ ਦੀ ਜਿਹੜੇ ਕਹਿੰਦੇ ਨਹੀਂ ਇਹ ਸਹੀ ਕੰਮ ਹੋਇਆ। ਦੇਖੋ, ਜਿਹੜਾ 26 ਦਾ ਛੜਯੰਤਰ ਰਚਿਆ ਗਿਆ, ਛੜਯੰਤਰ ਦੇ ਵਿੱਚ ਅਸੀਂ ਸਾਫ਼ ਗਿਆ ਵੀ ਉਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ। ਹੁਣ ਜੇ 3 ਮੁੰਡੇ ਨਿਕਲੇ, ਉਹਨਾਂ ਨੇ ਸਾਫ਼ ਬੋਲਿਆ, ਤੁਹਾਡੇ ਮੀਡੀਆ ਥਰੂ ਮੇਰੇ ਕੋਲ ਮਿਲੇ ਤੇ ਨਹੀਂ ਵੀ ਪੁਲਿਸ ਨੇ ਸਾਨੂੰ ਉਧਰ ਲੈ ਗਿਆ। ਜਦੋਂ ਤੁਸੀਂ ਕੋਈ ਸੁਪਰੀਮ ਕੋਰਟ ਦਾ ਸਾਬਕਾ ਜੱਜ ਲਾ ਕੇ ਨਿਰਪੱਖ ਜਾਂਚ ਕਰੋ, ਤੱਥ ਦੇਸ਼ ਦੇ ਸਾਹਮਣੇ ਆਉਣੇ ਚਾਹੀਦੇ, ਨਿਰਦੋਸ਼ ਕੋਈ ਨਹੀਂ ਫਸਣਾ ਚਾਹੀਦਾ। ਜੋ ਤੱਥ ਸਾਹਮਣੇ ਆਉਣ, ਜੇ ਤੁਸੀਂ ਹੁਣ ਪੁਲਿਸ ਨੂੰ ਕਹੋਗੇ ਵੀ ਮਤਲਬ ਦੁੱਧ ਦੀ ਰਾਖੀ ਬਿੱਲਾ ਕਰੂਗਾ, ਉਹਨੇ ਤਾਂ ਕਦੀ ਕਰਨੀ ਨਹੀਂ ਹੈਗੀ। ਤਾਂ ਮੈਨੂੰ ਲੱਗਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਸਹੀ ਤੱਥ ਲੋਕਾਂ ਸਾਹਮਣੇ ਲਿਆਵੇ, ਤੇ ਲੋਕਾਂ ਸਾਹਮਣੇ ਸਹੀ ਤੱਥ ਆਉਣੇ ਚਾਹੀਦੇ। ਜਿੰਨੇ ਵੀ ਕਿਸਾਨ ਬੇਦੋਸ਼ੀ ਗ੍ਰਿਫਤਾਰ ਹੈ ਉਹ ਰਿਹਾ ਹੋਣੇ ਚਾਹੀਦੇ। ਨਿਰਪੱਖ ਜਾਂਚ ਦੀ ਤੁਸੀਂ ਮੰਗ ਕਰ ਰਹੇ ਹੋ ਕਿ ਤੁਹਾਡਾ ਤਾਂ ਨਹੀਂ ਫੈਸਲਾ ਸੀ ਲਾਲ ਕਿਲ੍ਹੇ ਤੇ ਜਾਣ ਦਾ? ਨਾ ਬਿਲਕੁਲ ਨਹੀਂ, ਕਿਉਂ ਨਹੀਂ, ਸਾਡਾ ਕੋਈ ਮਤਲਬ ਨਹੀਂ ਸੀਗਾ। ਸਾਡਾ ਫੈਸਲਾ ਲਾਲ ਕਿਲ੍ਹੇ ਦਾ ਨਾ ਸੀਗਾ, ਨਾ ਹੈਗਾ। ਅਸੀਂ ਇਹ ਗੱਲਾਂ ਦੇ ਜਵਾਬ ਤਾਂ 20 ਵਾਰੀ ਪ੍ਰੈਸ ਨੂੰ ਦੇ ਵੀ ਚੁੱਕੇ। ਦੀਪ ਸਿੱਧੂ ਆਪਣੇ ਆਪ 11 ਵਜੇ ਉੱਥੇ ਪਹੁੰਚ ਗਿਆ। ਇਹ ਤਾਂ ਜੀ ਜਾਂਚ ਦਾ ਵਿਸ਼ਾ ਵਾ। ਦੀਪ ਸਿੱਧੂ ਵੱਧ ਦੱਸ ਸਕਦਾ, ਇਹ ਜੋ ਸਾਡੇ ਸਾਹਮਣੇ ਓਪਨ ਹੀ ਆ। ਤਾਂ ਹੀ ਅਸੀਂ ਕਹਿੰਦੇ ਵੀ ਦੇਖੋ, ਕਿਸੇ ਦੀ ਸਹੀ ਜਾਂਚ ਹੋ ਜੂਗੀ ਤੇ ਉਹਦੇ ਵਿੱਚ ਕੋਈ ਵੀ ਛੜਯੰਤਰਕਾਰੀ ਹੈ, ਕੋਈ ਕਹਿੰਦਾ ਪੰਧੇਰ ਆ, ਕੋਈ ਕਹਿੰਦਾ ਦੂਜਾ ਵਾ, ਤੀਜਾ ਵਾ, ਉਹ ਤੱਥ ਤਾਂ ਸਾਹਮਣੇ ਆਉਣਗੇ ਨਾ। ਉਹ ਤੱਥ ਹੋਣੇ ਚਾਹੀਦੇ ਦੇਸ਼ ਸਾਹਮਣੇ ਵੀ ਅਸਲ ਹੋਇਆ ਕੀ ਸੀ। ਕਿ ਸਰਕਾਰ ਤਾਂ ਨਹੀਂ ਛੜਯੰਤਰ ਰਚ ਗਈ, ਸਰਕਾਰ ਨੇ ਤਾਂ ਟਰੈਪ 'ਚ ਲਿਆਂਦੇ ਬੰਦੇ, ਸਰਕਾਰ ਹੀ ਸਾਰਾ ਕੁਝ ਕਰਕੇ ਸਾਡੇ ਅੰਦੋਲਨ ਨੂੰ ਬਦਨਾਮ ਤਾਂ ਨਹੀਂ ਕਰ ਗਈ। ਇਹ ਵੇਖਣ ਵਾਲੀਆਂ ਗੱਲਾਂ ਨਹੀਂ। ਜਾਂਚ ਨਿਰਪੱਖ ਕੌਣ ਕਰੂਗਾ? ਨਿਆਂ ਪ੍ਰਣਾਲੀ ਦੇ ਉੱਤੇ ਇੱਥੋਂ ਸਵਾਲ ਉੱਠ ਰਹੇ ਨੇ ਸਟੇਜਾਂ ਦੇ ਉੱਤੋਂ ਕਿ ਨਿਆਂ ਪ੍ਰਣਾਲੀ ਜਿਹੜੀ ਹੈਗੀ ਹੈ ਉਹ ਵੀ ਸ਼ੱਕ ਦੇ ਘੇਰੇ ਵਿੱਚ ਹੈ, ਏਜੰਸੀਆਂ ਸ਼ੱਕ ਦੇ ਘੇਰੇ ਦੇ ਵਿੱਚ ਨੇ। ਤੁਸੀਂ ਆਲਰੇਡੀ ਪਹਿਲਾਂ ਹੀ ਕਹਿੰਦੇ ਹੋ ਕਿ ਏਜੰਸੀਆਂ ਕੁਝ ਵੀ ਕਰਵਾ ਸਕਦੀਆਂ ਨੇ, ਫਿਰ ਜਾਂਚ ਕੌਣ ਕਰੂਗਾ ਨਿਰਪੱਖ ਇੱਥੇ? ਦੇਖੋ, ਜਿਹੜੀ ਵਿਵਸਥਾ ਤੁਸੀਂ ਰਹਿੰਦੇ ਜੇ, ਤੁਸੀਂ ਉਸ ਵਿਵਸਥਾ ਤੋਂ ਸਭ ਤੋਂ ਜਿਹੜੀ ਟੌਪ ਦੀ ਵਿਵਸਥਾ ਹੋ, ਜਿਹੜੀ ਕਹੀ ਜਾਂਦੀ ਰਹੀ ਹੋਊਗੀ, ਤੁਸੀਂ ਉਹਦੇ ਤੇ ਵਿਸ਼ਵਾਸ ਤਾਂ ਕਰੋਗੇ। ਹੁਣ ਕੋਈ ਨਵਾਂ ਸਿਸਟਮ ਤਾਂ ਨਹੀਂ ਪੈਦਾ ਕਰ ਦੋਗੇ। ਤਾਂ ਉਸ ਵਿਵਸਥਾ ਤੋਂ ਜੁਡੀਸ਼ਰੀ ਦੇ ਸਾਬਕਾ ਜੱਜ ਬੈਸਟ ਰਹੇ ਨੇ, ਬਸ ਉਹਦੀ ਮੰਗ ਕਰਾਂਗੇ। ਉਹਨਾਂ ਕੋਈ ਨਵਾਂ ਸਿਸਟਮ ਤਾਂ ਨਹੀਂ ਬਣਾ ਦਾਂਗੇ, ਕਿਸੇ ਵਿਵਸਥਾ ਤਹਿਤ ਤਾਂ ਤੁਹਾਨੂੰ ਚੱਲਣਾ ਪੈਂਦਾ। ਪਰ ਪੰਦੇਰ ਸਾਹਿਬ, ਕਿਸਾਨਾਂ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਮਸਲਾ ਹੱਲ ਕਰਦੇ ਹਾਂ, ਕਮੇਟੀ ਬਣਾ ਦਿੰਦੇ ਹਾਂ, ਕਿਸਾਨ ਜਥੇਬੰਦੀਆਂ ਨੇ ਨਕਾਰ ਦਿੱਤਾ ਕਿ ਨਹੀਂ ਜੀ, ਸਾਨੂੰ ਸੁਪਰੀਮ ਕੋਰਟ ਤੇ ਭਰੋਸਾ ਨਹੀਂਗਾ, ਅਸੀਂ ਸਰਕਾਰ ਨਾਲ ਹੀ ਮਸਲਾ ਹੱਲ ਕਰਾਂਗੇ। ਉਹ ਦੋਵੇਂ ਚੀਜ਼ਾਂ 'ਚ ਫਰਕ ਆ ਨਾ, ਦੋਵੇਂ ਚੀਜ਼ਾਂ 'ਚ ਬੇਸਿਕਲੀ ਫਰਕ ਹੈ। ਇੱਕ ਆ ਕਿ ਵੀ ਕੋਈ ਇਨਵੈਸਟੀਗੇਸ਼ਨ ਚੀਜ਼ ਹੈ, ਇੱਕ ਆ ਵੀ ਕੋਈ ਮੁੱਦੇ ਤੇ ਤੁਸੀਂ ਮਤਲਬ ਸਿਆਸੀ ਕਿਸਮ ਦਾ ਮੁੱਦਾ, ਬਸ ਇਹ ਕਾਨੂੰਨੀ ਮੁੱਦਾ ਨਹੀਂ ਹੈ।
ਤੇ ਇਸ ਕਰਕੇ ਕਾਨੂੰਨੀ ਮੁੱਦਾ ਸੁਪਰੀਮ ਕੋਰਟ ਦਾ ਹੁੰਦਾ, ਸਿਆਸੀ ਮੁੱਦਾ ਸਰਕਾਰਾਂ ਦਾ ਹੁੰਦਾ। ਉਹਦੇ 'ਚ ਕਾਰਜਪਾਲਿਕਾ ਵਧੀਆ ਬੈਠ ਰਹੀ, ਉਹਦੇ ਨਾਲ ਗੱਲਬਾਤ ਤਾਂ ਚੱਲ ਰਹੀ, ਉਹ ਹੱਲ ਕਰੇ। ਜਿਹੜਾ ਕਾਨੂੰਨੀ ਵਾਲਾ ਉਹ ਕਾਨੂੰਨ ਕੋ ਜਾਵੇ। ਇਸ ਕਰਕੇ ਉਹਨੂੰ ਸਾਰੀਆਂ ਜਥੇਬੰਦੀਆਂ ਨੇ ਰੱਦ ਮੰਨਦੇ ਹੋ ਕਿ ਨਿਆਂ ਪ੍ਰਣਾਲੀ ਅੱਜ ਸ਼ੱਕ ਦੇ ਘੇਰੇ ਵਿੱਚ ਹੈ? ਹਾਂ, ਇਹ ਤਾਂ ਤੁਸੀਂ ਲੋਕਾਂ ਨੂੰ 100 ਬੰਦੇ ਨੂੰ ਪੁੱਛ ਲਓ। ਜਿਸ ਕਿਸਮ ਦਾ ਵੇਖੋ, ਦੇਸ਼ ਦੇ ਜਿਹੜੇ ਸਰਵਉੱਚ ਨਿਆਲੇ ਆ, ਸਨਮਾਨਯੋਗ ਸੰਸਥਾ ਵਾ, ਇੱਥੇ ਇਲੈਕਸ਼ਨ ਕਮਿਸ਼ਨ ਆ, CBI ਆ, RBI ਆ, ਪਰ ਜਿਸ ਤਰ੍ਹਾਂ ਰਾਜਨੀਤਿਕ ਲੋਕਾਂ ਨੇ ਮਤਲਬ ਇਹਨਾਂ ਨੂੰ ਆਪਣੇ ਹਿੱਤਾਂ ਲਈ ਵਰਤਿਆ ਵਾ, ਇਹ ਸਾਰਾ ਦੇਸ਼ ਜਾਣਦਾ ਵਾ। ਸ਼ੁਕਰੀਆ ਗੱਲਬਾਤ ਕਰਨ ਲਈ ਪੰਦੇਰ ਸਾਹਿਬ। ਧੰਨਵਾਦ। ਸੋ ਸਰਵਨ ਸਿੰਘ ਪੰਦੇਰ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀਆਂ ਏਜੰਸੀਆਂ ਹੈਗੀਆਂ ਨੇ, ਆਜ਼ਾਦ ਨਿਰਪੱਖ ਏਜੰਸੀਆਂ ਸੀ, ਸੰਵਿਧਾਨਕ ਏਜੰਸੀਆਂ ਨੇ, ਅੱਜ ਸਿਆਸੀ ਦਬਾਅ ਹੇਠ ਉਹ ਕੰਮ ਕਰਦੀਆਂ ਨੇ। ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਬਾਰੇ ਉਹਨਾਂ ਦਾ ਕਹਿਣਾ ਹੈਗਾ ਕਿ ਅੰਦੋਲਨ ਭਾਵੇਂ ਜਿੰਨਾ ਮਰਜ਼ੀ ਲੰਮਾ ਚੱਲੇ, ਲੇਕਿਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਅਸੀਂ ਵਾਪਸ ਜਾਵਾਂਗੇ। 26 ਜਨਵਰੀ ਦਾ ਜੋ ਘਟਨਾਕ੍ਰਮ ਹੋਇਆ, ਉਹਨਾਂ ਦਾ ਕਹਿਣਾ ਕਿ ਉਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਕੰਮ ਕੌਣ ਕਰਵਾ ਗਿਆ, ਉਹਦੇ ਵਿੱਚ ਜਿਹੜਾ ਵੀ ਨਾਮ ਆਵੇ ਉਸ ਨੂੰ ਸਜ਼ਾ ਵੀ ਹੋਣੀ ਚਾਹੀਦੀ ਹੈ। ਤੇ ਹੁਣ ਦੇਖਣਾ ਇਹ ਵੀ ਦਿਲਚਸਪ ਹੋਏਗਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੁੰਦੀ ਹੈ ਜਾਂ ਨਹੀਂ ਹੁੰਦੀ। ਲੇਕਿਨ ਖਾਸ ਤੌਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਰੱਦ ਕਰਵਾ ਕੇ ਹੀ ਅਸੀਂ ਆਪਣੇ ਘਰਾਂ ਨੂੰ ਮੁੜਾਂਗੇ। ਸਿੰਘੂ ਬਾਰਡਰ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ TV।